काज सवारण हार, काज सवारण हार, चलन सार न जाननी। काज सवारण हार, चलन सार न जाननी। काज सवारण हार, काज सवारण हार, काज सवारण हार, चलन सार न जाननी। काज सवारण हार, चलन सार न जाननी। काज सवारण हार, काज सवारण हार, काज सवारण हार। जानिया से क्यों कर है विकार। दिल्ली चलन जानिया से क्यों कर है विकार। से क्यों कर है विकार। चलन सार न जाननी। काज सवारण हार, चलन सार न जाननी। काज श्लोक महला दूजा। जिनी चलन जानिया से क्यों करहें विथार। चलन सार ना जाननी। काज सवारण हार। जिनी चलन जानिया से क्यों करहें विथार। चलन सार न जाननी। काज सवारण हार। महला दूजा। रात कारण धन संचिया। भलके चलन होए। नानक नाल ना चलई। फिर पछुतावा होए। रात कारण धन संचिया। भलके चलन होए। नानक नाल ना चलई। फिर पछुतावा होए। वाहिगुरु जी का खालसा, वाहिगुरु जी की फतेह। सतगुरु गरीब नवाज दीन दुनिया दे मालिक श्री गुरु ग्रंथ साहिब जी दी पावन पवित्र चरण शरण विच सुभाएमान गुरु रूप साध संगत जीओ। आप जी वड भागे हो जो कि हजूर दे चरनां विच ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਅਮੋਲਕ ਮਿਲੇ ਹੋਏ ਮਨੁੱਖਾ ਸਰੀਰ ਨੂੰ ਜੀਵਨ ਨੂੰ ਸਫਲ ਕਰ ਰਹੇ ਹੋ। ਅੱਜ ਜੋ ਆਪ ਜੀ ਨੇ
ਲੜੀਵਾਰ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਦੇ ਸ਼ਲੋਕਾਂ ਵਿੱਚੋਂ 2 ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਬਚਨ ਸੂਹੀ ਰਾਗ ਵਿੱਚ ਸੂਹੀ ਕੀ ਵਾਰ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਗੁਰੂ ਅੰਗਦ ਦੇਵ ਜੀ ਦੇ ਸ਼ਲੋਕਾਂ ਅਧੀਨ ਦਰਜ ਹਨ। ਪਹਿਲੇ ਸ਼ਲੋਕ ਦੀ ਕੁਝ ਵਿਚਾਰ ਕੱਲ ਆਪਾਂ ਸ਼ਾਮ ਕੀਤੀ ਸੀ ਕਿ ਜਿਹੜੇ ਗੁਰਮੁਖ ਜਨਾਂ ਨੇ ਸੰਸਾਰ ਤੋਂ ਜਾਣਾ ਪਹਿਚਾਨ ਲਿਆ ਹੈ, ਉਹ ਆਪਣੇ ਮਨ ਦੇ ਵਿੱਚ ਸੰਸਾਰ ਦੀ ਬਹੁਤੀ ਪ੍ਰੀਤ ਨਹੀਂ ਪਾਉਂਦੇ। ਸੰਸਾਰ ਵਿੱਚ ਉਹ ਕਮਲ ਦੇ ਫੁੱਲ ਵਾਂਗੂ ਰਹਿੰਦੇ ਹਨ ਜਾਂ ਇੱਕ ਬੇੜੀ ਵਾਂਗ ਤਰਦੇ ਹਨ। ਉਦਾਹਰਨਾਂ ਦਿੱਤੀਆਂ ਐਸੇ ਗੁਰਮੁਖਾਂ ਦੇ ਜੀਵਨ ਦੀਆਂ, ਕਿਉਂਕਿ ਜਿਹੜਾ ਸਰੀਰ ਧਾਰੀ ਹੈ ਨਿਵਾਸ ਤੇ ਆਖਰ ਉਹਨੇ ਸੰਸਾਰ ਵਿੱਚ ਹੀ ਰੱਖਣਾ ਹੈ। ਨਿਵਾਸ ਤੇ ਉਹਦਾ ਇਸੇ ਮਾਇਆ ਵਿੱਚ ਹੀ ਹੋਵੇਗਾ, ਕਿਉਂਕਿ ਸਰੀਰ ਹੀ ਮਾਇਆ ਦਾ ਇੱਕ ਸਰੂਪ ਹੈ। ਸਰੀਰ ਧਾਰੀ ਮਾਇਆ ਨੂੰ ਛੱਡ ਨਹੀਂ ਸਕਦਾ, ਮਾਇਆ ਤੋਂ ਵੱਖਰਾ ਰਹਿ ਸਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਅੱਜ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤੇ ਕਿ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਉਹ ਸੰਸਾਰ ਵਿੱਚ ਕਿਸ ਤਰ੍ਹਾਂ ਰਹਿੰਦੇ ਨੇ ਉਹਨਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਵੇਖੋ ਪਾਣੀ ਵਿੱਚ ਕਾਗਜ਼ ਰੱਖੀਏ ਸ਼ਾਮ ਤੱਕ ਗਲ ਜਾਂਦਾ ਹੈ, ਪਾਣੀ ਉਹਨੂੰ ਗਾਲ ਦਿੰਦਾ ਹੈ, ਉਹਦੀ ਹੋਂਦ ਖਤਮ ਹੋ ਜਾਂਦੀ ਹੈ। ਪਰ ਜੇ ਉਸੇ ਕਾਗਜ਼ ਨੂੰ ਕਈ ਦਿਨ ਪਹਿਲਾਂ ਘਿਓ ਵਿੱਚ ਭਿਉਂ ਕੇ ਰੱਖਿਆ ਜਾਏ ਤੇ ਜਦੋਂ ਘਿਓ ਉਹਦੇ ਅੰਦਰ ਚੰਗੀ ਤਰ੍ਹਾਂ ਸਮਾ ਜਾਏ ਕਾਗਜ਼ ਦੇ ਵਿੱਚ, ਫਿਰ ਕਹਿੰਦੇ ਉਸ ਕਾਗਜ਼ ਨੂੰ ਉਸ ਪਾਣੀ ਵਿੱਚ ਰੱਖ ਕੇ ਵੇਖੋ ਪਾਣੀ ਉਹਨੂੰ ਗਾਲਦਾ ਨਹੀਂ, ਹੈ ਦੋਵੇਂ ਉੱਥੇ ਹੀ, ਪਾਣੀ ਦੇ ਵਿੱਚ ਹੀ ਕਾਗਜ਼ ਹੈ, ਪਰ ਹੁਣ ਉਹਨੂੰ ਪਾਣੀ ਨਹੀਂ ਗਾਲਦਾ। ਇਹ ਜੁਗਤ ਉਹਨਾਂ ਨੇ ਜਾਣ ਲਈ ਜਿਨ੍ਹਾਂ ਬਾਰੇ ਕਿਹਾ ਹੈ, ਕਿਉਂਕਿ ਸੰਸਾਰ ਦੇ ਵਿੱਚ ਤੇ ਮੈਂ ਜਿਵੇਂ ਬੇਨਤੀ ਕੀਤੀ ਹੈ, ਕੋਈ ਸੰਨਿਆਸੀ ਹੋ ਜਾਏ, ਕੋਈ ਤਪਸਵੀ ਬਣ ਜਾਏ, ਕੋਈ ਮਹਾਯੋਗੀ ਬਣ ਜਾਏ, ਕੁਝ ਵੀ ਬਣੇ, ਸੰਸਾਰ ਤੋਂ ਦੂਰ ਨਹੀਂ ਜਾ ਸਕਦਾ, ਕਿਉਂਕਿ ਦੇਹ ਜਿਹੜੀ ਹੈ ਸੰਸਾਰ ਨਾਲ ਜੁੜੀ ਹੋਈ ਹੈ। ਦੇਹ ਨੂੰ ਖਾਣ ਵਾਸਤੇ ਚਾਹੀਦਾ ਹੈ, ਪਾਉਣ ਵਾਸਤੇ ਚਾਹੀਦਾ ਹੈ, ਰਹਿਣ ਵਾਸਤੇ ਚਾਹੀਦਾ। ਪਰ ਇੱਥੇ ਗੁਰੂ ਸਾਹਿਬ ਨੇ ਜੋ ਬਚਨ ਕੀਤੇ ਕਿ ਕਾਗਜ਼, ਭਾਈ ਸਾਹਿਬ ਜੀ ਕਹਿੰਦੇ ਪਾਣੀ ਵਿੱਚ ਗਲਦਾ ਨਹੀਂ, ਕਿਉਂ? ਘਿਓ ਦੀ ਸੰਗਤ ਕਰ ਲਈ। ਜੇ ਕਿਤੇ ਖਾਲੀ ਹੁੰਦਾ ਤਾਂ ਪਾਣੀ ਉਹਨੂੰ ਗਾਲ ਦਿੰਦਾ। ਗੁਰਮੁਖ ਵਿੱਚ ਤੇ ਮਨਮੁਖ ਵਿੱਚ ਹੋਰ ਕੋਈ ਫਰਕ ਨਹੀਂ, ਸਰੀਰ ਦੋਵਾਂ ਦਾ ਇੱਕੋ ਜਿਹਾ ਹੈ। ਜਨਮ ਲੈਣ ਦਾ ਢੰਗ ਵੀ ਦੋਵਾਂ ਦਾ ਇੱਕੋ ਜਿਹਾ ਹੈ। ਗੁਰਮੁਖ ਦਾ ਸਰੀਰ ਵੀ 5 ਤੱਤਾਂ ਦਾ ਹੈ, ਮਨਮੁਖ ਦਾ ਸਰੀਰ ਵੀ 5 ਤੱਤਾਂ ਦਾ ਹੈ। ਖਾਣਾ ਪੀਣਾ, ਸਰੀਰ ਦੇ ਅੰਗ, ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਨੇ, ਬਸ ਫਰਕ ਇੰਨਾ ਹੈ ਜਿਵੇਂ ਇੱਕ ਘਿਓ ਵਾਲੇ ਕਾਗਜ਼ ਵਿੱਚ ਤੇ ਕੋਰੇ ਕਾਗਜ਼ ਵਿੱਚ ਇੰਨਾ ਫਰਕ ਹੈ ਦੋਵਾਂ ਦੇ ਜੀਵਨ ਵਿੱਚ। ਗੁਰਮੁਖ ਨੇ ਨਾਮ ਦੀ ਇੰਨੀ ਸੰਗਤ ਕੀਤੀ ਹੈ, ਸ਼ਬਦ ਦੀ ਇੰਨੀ ਸੰਗਤ ਕੀਤੀ ਕਿ ਹੁਣ ਉਹਦੇ ਸਰੀਰ ਦੇ ਵਿੱਚ, ਉਹਦੇ ਮਨ ਦੇ ਵਿੱਚ ਸ਼ਬਦ ਘਿਓ ਵਾਂਗੂ ਸਮਾ ਗਿਆ, ਘਿਓ ਵਾਂਗੂ ਉਹਦੇ ਵਿੱਚ ਰਚ ਗਿਆ। ਹੁਣ ਉਹਨੂੰ ਰੱਖੋ ਪਾਣੀ ਵਿੱਚ, ਸੰਸਾਰ ਵਿੱਚ ਛੱਡ ਦਿਓ। ਸੰਸਾਰ ਦੇ ਵਿੱਚ ਰਹੇਗਾ ਪਰ ਸੰਸਾਰ ਤੋਂ ਉੱਪਰ ਰਹੇਗਾ, ਵਿੱਚ ਵੀ ਰਹੇਗਾ ਤੇ ਵੱਖਰਾ ਵੀ।
ਦੋਵੇਂ ਅਵਸਥਾਵਾਂ ਇੱਕੋ ਦਮ, ਜਿਵੇਂ ਕੱਲ ਮੈਂ ਬੇਨਤੀ ਕੀਤੀ ਸੀ ਕਿ ਗੁਰਮਤ ਦੇ ਵਿੱਚ ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ, ਦੋ ਬਿਰਤੀਆਂ ਨੇ ਮਨ ਦੀਆਂ। ਗੁਰਮੁਖ ਇਹਨਾਂ ਦੋਵਾਂ ਨੂੰ ਜਾਣ ਲੈਂਦਾ ਹੈ। ਪਰਵਿਰਤ ਕਿਵੇਂ ਹੋਣਾ? ਪਰਵਿਰਤ ਦਾ ਮਤਲਬ ਸੰਸਾਰ ਨਾਲ ਕਿਵੇਂ ਜੁੜਨਾ ਹੈ, ਧੰਦਿਆਂ ਨਾਲ ਕਿਵੇਂ ਜੁੜਨਾ ਹੈ, ਕੰਮ ਕਿਵੇਂ ਕਰਨਾ ਹੈ। ਨਿਰਵਿਰਤ ਦਾ ਮਤਲਬ ਸੰਸਾਰ ਨੂੰ ਛੱਡ ਕੇ ਨਿਰੰਕਾਰ ਨਾਲ ਕਿਵੇਂ ਜੁੜਨਾ ਹੈ। ਦੋਵੇਂ ਗੱਲਾਂ ਉਹਨੂੰ ਸਮਝ ਵਿੱਚ ਜੁਗਤੀਆਂ ਉਹਦੇ ਜੀਵਨ ਵਿੱਚ ਵਾਪਰ ਜਾਂਦੀਆਂ ਨੇ, ਪ੍ਰਵਿਰਤੀ ਔਰ ਨਿਰਵਿਰਤੀ। ਔਰ ਜੇ ਆਦਮੀ ਲਗਾਤਾਰ ਪ੍ਰਵਿਰਤੀ ਵਿੱਚ ਰਵੇ, ਧਿਆਨ ਦੇਣਾ, ਪ੍ਰਵਿਰਤੀ ਦਾ ਮਤਲਬ ਸੰਸਾਰ ਨਾਲ ਹੀ ਜੁੜਿਆ ਰਵੇ ਦਿਨ ਰਾਤ ਲਗਾਤਾਰ ਨਿਰੰਤਰ, ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਕਮਲਾ ਹੋ ਜਾਏਗਾ, ਸ਼ੁਦਾਈ ਹੋ ਜਾਏਗਾ, ਪਾਗਲ ਹੋ ਜਾਏਗਾ ਜੇ ਲਗਾਤਾਰ ਜੁੜਿਆ। ਤੇ ਕੀ ਖਤਰਾ ਇਹਦੇ ਵਿੱਚ? ਜੇ ਲਗਾਤਾਰ ਹੀ ਬੰਦਾ ਸੰਸਾਰ ਦੇ ਨਾਲ ਸੰਬੰਧਿਤ ਰਿਹਾ, ਉਹਦੀ ਸੁਰਤ ਜੁੜੀ ਰਹੀ, ਉਹਦੇ ਧਿਆਨ ਵਿੱਚ ਸੰਸਾਰ ਹੀ ਘੁੰਮਦਾ ਰਿਹਾ, ਮਾਇਆ ਘੁੰਮਦੀ ਰਹੀ, ਤੇ ਨਤੀਜਾ ਕੀ ਨਿਕਲੇਗਾ? ਸਾਹਿਬ ਨੇ ਬਚਨ ਕੀਤੇ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਨਾਮ ਤੋਂ ਬਿਨਾ ਵੀ ਮਨੁੱਖ ਕਮਲਾ ਹੈ, ਤੇ ਸੰਸਾਰ ਤੋਂ ਬਿਨਾ ਅਧੂਰਾ ਹੈ, ਅੱਧਾ ਹੈ। ਸੰਸਾਰ ਤੋਂ ਬਿਨਾ ਅੱਧਾ ਹੈ ਉਹਦਾ ਜੀਵਨ। ਤਾਂ ਗੁਰੂ ਨਾਨਕ ਸਾਹਿਬ ਆਪਣੇ ਜੀਵਨ ਵਿੱਚ ਦੋ ਤਰ੍ਹਾਂ ਦੇ ਮਨੁੱਖਾਂ ਨੂੰ ਮਿਲਦੇ ਨੇ। ਇੱਕ ਸੰਸਾਰ ਛੱਡ ਕੇ ਪਰਬਤ ਤੇ ਬੈਠੇ ਹੋਏ ਨੇ, ਇੱਕ ਰੱਬ ਨੂੰ ਛੱਡ ਕੇ ਜਿਵੇਂ ਦਾ ਮਰੀਜ਼ ਹੈ ਦਵਾਈ ਉਹ ਦੇਣੀ। ਜੇ ਤੇ ਸੁਮੇਰ ਵਾਲੇ ਸੱਜਣਾ ਨੂੰ ਮਿਲਦੇ ਨੇ, ਜੋਗੀਆਂ ਨੂੰ, ਸੰਨਿਆਸੀਆਂ ਨੂੰ, ਤਪਸਵੀਆਂ ਨੂੰ, ਤਾਂ ਉਹਨਾਂ ਨੂੰ ਨਹੀਂ ਕਹਿਣਗੇ ਸੰਸਾਰ ਛੱਡ ਦਿਓ, ਉਹਨਾਂ ਨੂੰ ਕਹਿਣਗੇ ਸੰਸਾਰ ਦੇ ਵਿੱਚ ਜਾਓ, ਤੇ ਤੁਸੀਂ ਵਿੱਚ ਹੀ ਹੋ, ਉਹਦੇ ਤੋਂ ਵੱਖਰੇ ਨਹੀਂ ਹੋ ਸਕਦੇ। ਉਹਨਾਂ ਨੂੰ ਕਿਹਾ ਵੀ ਸੰਸਾਰ ਨਾਲ ਤੁਸੀਂ ਕਿਵੇਂ ਸੰਬੰਧਿਤ ਹੋਣਾ ਹੈ। ਤੇ ਜਦੋਂ ਆਉਂਦੇ ਨੇ ਲਾਹੌਰ ਦੇ ਅੰਦਰ, ਉੱਥੇ ਇੱਕ ਸੱਜਣ ਕਰੋੜਪਤੀ ਹੈ, ਅਰਬਾਂਪਤੀ ਹੈ, ਤੇ ਦਿਨ ਰਾਤ ਉਹਦੇ ਉੱਤੇ ਉਹ ਸ਼ਬਦ ਲਾਗੂ ਹੁੰਦਾ ਜਿਹਦੇ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ, ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ। ਇਹ ਦਸ਼ਾ ਉਹਦੇ ਜੀਵਨ ਤੇ ਲਾਗੂ ਹੈ, ਇਵੇਂ ਦਾ ਉਹਦਾ ਜੀਵਨ। ਤੇ ਜਦੋਂ ਉਹਦੇ ਕੋਲ ਗਏ, ਉਹਨੂੰ ਨਹੀਂ ਕਿਹਾ ਵੀ ਤੂੰ ਗ੍ਰਸਤੀ ਸੰਸਾਰ ਦੇ ਵਿੱਚ ਜਾ ਕੰਮ ਕਰ, ਉਸ ਨੂੰ ਕਿਹਾ ਵੀ ਨਾਮ ਨਾਲ ਜੁੜ। ਉਪਦੇਸ਼ ਦੋਵਾਂ ਲਈ ਵੱਖਰਾ ਹੈ। ਤਾਂ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਅੱਜ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਜਿਨ੍ਹਾਂ ਨੇ ਜੀਵਨ ਦੀ ਜੁਗਤ ਨੂੰ ਪਹਿਚਾਨ ਲਿਆ, ਉਹਨਾਂ ਦੀ ਜ਼ਿੰਦਗੀ ਦਾ ਤਰੀਕਾ ਹੀ ਬਦਲ ਗਿਆ, ਉਸ ਕਾਗਜ਼ ਵਰਗਾ ਹੋ ਗਿਆ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਉਹ ਕਾਗਜ਼ ਪਾਣੀ ਵਿੱਚ ਨਹੀਂ ਗਲਦਾ ਜਿਹੜਾ ਘਿਓ ਦੀ ਸੰਗਤ ਕਰਦਾ ਹੈ, ਰਹਿੰਦਾ ਪਾਣੀ ਦੇ ਅੰਦਰ ਹੈ। ਪਾਣੀ ਦੇ ਵਿੱਚ ਰਹਿੰਦਿਆਂ ਵੀ ਪਾਣੀ ਉਹਦੇ ਉੱਤੇ ਵਾਰ ਨਹੀਂ ਕਰਦਾ, ਉਹਨੂੰ ਗਾਲਦਾ ਨਹੀਂ। ਇਸੇ ਤਰ੍ਹਾਂ ਜਿਹੜਾ ਮਨੁੱਖ ਨਾਮ ਨਾਲ ਜੁੜਨ ਦੀ ਜੁਗਤ ਸਿੱਖ ਲੈਂਦਾ ਹੈ, ਗੁਰੂ ਚਰਨਾਂ ਨਾਲ ਸਾਂਝ ਪਾਉਣ ਦਾ ਤਰੀਕਾ ਲੱਭ ਲੈਂਦਾ ਹੈ, ਉਹ ਰਹਿੰਦਾ ਸੰਸਾਰ ਵਿੱਚ ਹੈ, ਪਰ ਸੰਸਾਰ ਉਹਨੂੰ ਗਾਲਦਾ ਨਹੀਂ। ਨਹੀਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਜਿੱਦਣ ਬੰਦੇ ਨੂੰ ਰੱਬ ਭੁੱਲ ਗਿਆ, ਸਮਝ ਲਓ ਉਹਦਾ ਅੰਦਰ ਗਲਣਾ ਸ਼ੁਰੂ ਹੋ ਗਿਆ। ਤੁਸੀਂ ਹਰ ਰੋਜ਼ ਪੜ੍ਹਦੇ ਹੋ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ, ਸਤਿਗੁਰੂ ਜੀ ਦੇ ਬਚਨ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਉਹ ਕਹਿੰਦੇ ਨੇ ਜਿੱਥੇ ਆਪਾਂ ਰਹਿ ਰਹੇ ਹਾਂ ਬੜਾ ਇੱਥੇ ਚਿੱਕੜ ਹੈ, ਬੜੀ ਇੱਥੇ ਦਲ ਹੈ, ਔਰ ਗਿੱਲੇ ਥਾਂ ਤੇ ਰਹਿ ਕੇ ਚੀਜ਼ਾਂ ਗਲ ਜਾਂਦੀਆਂ ਨੇ। ਸਤਿਗੁਰਾਂ ਦੇ ਬਚਨ ਨੇ ਕਿ ਤਿਤ ਸਰਵਰੜੈ ਭਈ ਲੈ ਨਿਵਾਸਾ। ਸਰਵਰੜੈ ਦੇ ਅਰਥ ਨੇ ਸਰੋਵਰ ਵਿੱਚ, ਸਮੁੰਦਰ ਦੇ ਵਿੱਚ। ਭਈ ਲੈ ਦਾ ਅਰਥ ਹੈ ਨਿਵਾਸ ਮਿਲ ਗਿਆ, ਰਹਿਣ ਦਾ ਸਮਾਂ ਮਿਲ ਗਿਆ ਇਸ ਸਮੁੰਦਰ ਵਿੱਚ। ਨਿਵਾਸਾ ਪਾਣੀ ਪਾਵਕ ਤਿਨੈ ਕੀਆ, ਇਹਦੇ ਵਿੱਚ ਦੋਵੇਂ ਚੀਜ਼ਾਂ ਵਾਹਿਗੁਰੂ ਨੇ ਬਣਾਈਆਂ, ਪਾਣੀ ਤੇ ਪਾਵਕ ਉਹਨੇ ਬਣਾਇਆ ਹੈ। ਤ੍ਰਿਸ਼ਨਾ ਦੀ ਅੱਗ ਵੀ ਬਣਾਈ ਹੈ,
ਤੇ ਮੋਹ ਦਾ ਪਾਣੀ ਚਿੱਕੜ ਵੀ ਬਣਾਇਆ ਹੈ। ਦੋ ਚੀਜ਼ਾਂ ਬਣਾ ਦਿੱਤੀ। ਕੁਝ ਲੋਕ ਤਾਂ ਇਸ ਅੱਗ ਵਿੱਚ ਸੜ ਗਏ ਤ੍ਰਿਸ਼ਨਾ ਦੀ ਵਿੱਚ, ਕੁਝ ਪਾਣੀ ਵਿੱਚ ਗਲ ਗਏ। ਦੋਵਾਂ ਦਾ ਨੁਕਸਾਨ ਹੋ ਗਿਆ। ਬਚੇ ਕੌਣ? ਜਿਨ੍ਹਾਂ ਨੇ ਪਾਣੀ ਤੇ ਅੱਗ ਦੀ ਜੁਗਤ ਸਿੱਖ ਲਈ। ਪਾਣੀ ਤੇ ਅੱਗ ਦਾ ਅਰਥ ਹੈ ਠੰਡੇ ਤੇ ਗਰਮ ਨੂੰ ਇਕੱਠਾ ਕਰ ਦਿੱਤਾ। ਜੁਗਤ ਸਿੱਖ ਲਈ। ਕੁਝ ਪਾਣੀ ਵਿੱਚ ਗਲ ਗਏ, ਕੁਝ ਅੱਗ ਵਿੱਚ ਸੜ ਗਏ। ਹੁਣ ਪਾਣੀ ਤੋਂ ਕੌਣ ਤਰ ਸਕਦਾ ਤੇ ਅੱਗ ਤੇ ਸੜਨ ਤੋਂ ਕੌਣ ਬਚ ਸਕਦਾ? ਅੱਗ ਦਾ ਮਤਲਬ ਤ੍ਰਿਸ਼ਨਾ। ਸਵੇਰੇ ਉੱਠਦਿਆਂ ਸਾਰ ਬੰਦੇ ਦਾ ਧਿਆਨ ਹੀ ਸੰਸਾਰ ਵਿੱਚ ਡੁੱਬ ਜਾਂਦਾ ਹੈ, ਤਾਂ ਸਾਰਾ ਦਿਨ ਮੋਹ ਦੇ ਪਾਣੀ ਵਿੱਚ, ਚਿੱਕੜ ਵਿੱਚ, ਪਕੜ ਵਿੱਚ ਫਸਿਆ ਰਹਿੰਦਾ। ਉੱਥੇ ਜੀਵਨ ਗਲ ਜਾਂਦਾ ਹੈ। ਤਾਂ ਸਤਿਗੁਰੂ ਨੇ ਤਰੀਕਾ ਵੀ ਦੱਸਿਆ। ਪੰਕਜ ਮੋਹ ਪਗ ਨਹੀਂ ਚਾਲੈ, ਅੱਗੇ ਬਚਨ ਕੀਤੇ। ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ। ਪੰਕਜ ਕਹਿੰਦੇ ਚਿੱਕੜ ਨੂੰ, ਇੱਥੇ ਪਕੜ ਦਾ ਚਿੱਕੜ ਹੈ, ਮੋਹ ਦਾ। ਮੋਹ ਦੇ ਅਰਥ ਇੱਥੇ ਸੰਸਾਰ ਦੀ ਪਕੜ ਹੈ। ਅੱਜ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਗੁਰੂ ਅੰਗਦ ਦੇਵ ਜੀ ਨੇ, ਇਹ ਐਸੇ ਲੋਕ ਨੇ ਜਿਨ੍ਹਾਂ ਦੇ ਅੰਦਰੋਂ ਸੰਸਾਰ ਦੀ ਪਕੜ ਛੁੱਟ ਗਈ ਹੈ। ਮੋਹ ਦੇ ਅਰਥ ਗੁਰਬਾਣੀ ਵਿੱਚ ਪਕੜ ਨੇ। ਇਸ ਕਰਕੇ ਕਹਿੰਦੇ ਇੱਥੇ ਮੋਹ ਦਾ ਚਿੱਕੜ ਹੈ। ਮੋਹ ਦੇ ਅਰਥ ਬੱਚਿਆਂ ਦਾ ਪਿਆਰ ਨਹੀਂ, ਇਹ ਮਤ ਸਮਝਣਾ। ਕਈ ਵਾਰੀ ਬੰਦਾ ਭੁਲੇਖੇ ਵਿੱਚ ਚਲਾ ਜਾਂਦਾ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਪਰਿਵਾਰ ਨੂੰ ਘੂਰ ਕੇ ਵੇਖਣਾ ਹੀ, ਇਹ ਮੋਹ ਛੱਡਣਾ ਹੈ। ਦਿਸਦੇ ਹੋਏ ਬੰਦਿਆਂ ਨਾਲ ਬੜੀ ਸਖਤ ਜਿਹੀ ਨਜ਼ਰ ਨਾਲ ਰਹਿਣਾ, ਇਹਨੂੰ ਕਹਿੰਦੇ ਮੋਹ ਛੱਡਣਾ। ਵੀ ਜੇ ਅਸੀਂ ਕਿਸੇ ਬੰਦੇ ਦੇ ਨੇੜੇ ਜਾਂ ਸਨੇਹ ਕਰ ਲਿਆ ਤੇ ਮੋਹ ਆ ਜਾਏਗਾ, ਪਰ ਮੋਹ ਦੇ ਅਰਥ ਹੋਰ ਸਨ। ਮੋਹ ਦੇ ਅਰਥ ਸਨ ਕੱਲੇ ਆਦਮੀ ਤੱਕ ਸੀਮਤ ਨਹੀਂ। ਪਰਿਵਾਰ ਨਾਲੋਂ ਮੋਹ ਤੇ ਛੱਡ ਦਿੱਤਾ, ਮਾਇਆ ਦਾ ਮੋਹ ਤਾਂ ਨਹੀਂ ਛੱਡਿਆ। ਪਰਿਵਾਰ ਨਾਲੋਂ ਮੋਹ ਛੱਡ ਦਿੱਤਾ, ਮਾਣ ਦਾ ਮੋਹ ਤੇ ਨਹੀਂ ਛੱਡਿਆ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਗਲੇ ਸ਼ਬਦ ਫਿਰ ਆ ਗਿਆ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮੋਹ ਛੱਡਣ ਦਾ ਮਤਲਬ ਹੈ ਕਿ ਸੰਸਾਰ ਦੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦੇ ਮੋਹ ਤੋਂ ਨਿਰਲੇਪ ਹੋ ਜਾਣਾ। ਜੋ ਵੀ ਆਉਂਦਾ ਦਿਸਦਾ, ਜਿੰਨਾ ਕੁਝ ਹੈ, ਜੋ ਕੁਝ ਦਿਸ ਰਿਹਾ, ਤੇ ਬੰਦਾ ਤੇ ਚੁਣ ਚੁਣ ਕੇ ਮੋਹ ਕਰਦਾ। ਬੰਦੇ ਨੇ ਤੇ ਚੀਜ਼ਾਂ ਮਿਥ ਲਈਆਂ ਨੇ। ਆਮ ਤੌਰ ਤੇ ਧਾਰਨਾ ਹੈ ਘਰ ਦੇ ਵਿੱਚ ਬੱਚੀ ਹੈ, ਉਹਦੇ ਨਾਲ ਮੋਹ ਨਹੀਂ। ਲੜਕਾ ਹੈ, ਉਹਦੇ ਨਾਲ ਮੋਹ ਹੈ। ਇਹਨੂੰ ਥੋੜਾ ਜਿਹਾ ਕੋਖ ਲੈਣਾ ਚਾਹੀਦਾ। ਇਹ ਫਰਕ ਹੈ, ਯਾਦ ਰੱਖਣਾ। ਨਾਮ ਜਿਹੜਾ ਹੈ ਤੇ ਧਰਮ ਜਿਹੜਾ ਹੈ, ਉਹ ਬੰਦੇ ਦੇ ਸੁਭਾਅ ਨੂੰ ਬਦਲਦਾ ਹੈ, ਕੱਪੜੇ ਨਹੀਂ ਬਦਲਦਾ ਉਹਦੇ। ਕਿ ਕੱਪੜੇ ਹੋਰ ਤਰ੍ਹਾਂ ਦੇ ਪਾ ਲਏ ਤੇ ਸੇਵਾਦਾਰ ਹੋ ਗਿਆ, ਕਿ ਧਾਰਮਿਕ ਬਣ ਗਿਆ, ਜਾਂ ਬੜਾ ਵੱਡਾ ਕੋਈ ਉਹਦਾ ਨਾਮ ਟਿਕ ਗਿਆ। ਨਾਮ ਦਾ ਤੇ ਅਰਥ ਹੈ ਬੰਦੇ ਨੂੰ ਚੇਂਜ ਕਰ ਦੇਣਾ, ਸੁਭਾਅ ਵਿੱਚ ਤਬਦੀਲੀ ਲੈ ਆਉਣੀ, ਸਮਦ੍ਰਿਸ਼ਟ ਕਰ ਦੇਣਾ। ਸਮਦ੍ਰਿਸ਼ਟੀ ਦਾ ਮਤਲਬ ਕੱਲ ਆਪਾਂ ਦੋ ਦ੍ਰਿਸ਼ਟੀਆਂ ਦੀ ਵਿਆਖਿਆ ਕੀਤੀ ਸੀ। ਪਹਿਲੀ ਹੈ ਚਰਮ ਦ੍ਰਿਸ਼ਟੀ, ਚੰਮ ਤੱਕ ਸੀਮਤ ਰਹਿੰਦੀ ਹੈ, ਤੇ ਦੂਸਰੀ ਬਣਦੀ ਹੈ ਫਿਰ ਸਮਦ੍ਰਿਸ਼ਟੀ। ਸਮਦ੍ਰਿਸ਼ਟੀ ਦਾ ਮਤਲਬ ਸਭ ਇੱਕ ਹੋ ਜਾਂਦਾ ਹੈ। ਸਮਦ੍ਰਿਸ਼ਟੀ ਇਹ ਕਈ ਤਰ੍ਹਾਂ ਦੀਆਂ ਨਜ਼ਰਾਂ ਨੇ, ਕਈ ਤਰ੍ਹਾਂ ਦੀ ਦ੍ਰਿਸ਼ਟੀ ਹੈ। ਇੱਕ ਵਿਰਾਗ ਦ੍ਰਿਸ਼ਟੀ ਹੈ। ਤਾਂ ਸਮਦ੍ਰਿਸ਼ਟੀ ਦਾ ਮਤਲਬ ਜਿੱਥੇ ਆਪਣਾ ਤੇ ਬੇਗਾਨਾ ਨਹੀਂ ਬਚਦਾ, ਸਭ ਇੱਕ ਹੋ ਗਏ, ਤੇ ਉਹਦੇ ਤੋਂ ਬਾਅਦ ਮਿਲਦੀ ਹੈ ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਫਿਰ ਦਿਵ ਦ੍ਰਿਸ਼ਟੋਂ ਅੱਗੇ ਚੌਥੀ ਹੈ। ਚੌਥੀ ਦਾ ਨਾਮ ਹੈ ਬ੍ਰਹਮ ਦ੍ਰਿਸ਼ਟੀ। ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਚਰਮ ਦ੍ਰਿਸ਼ਟੀ ਤੋਂ ਜੀਵਨ ਦੀ ਯਾਤਰਾ ਸ਼ੁਰੂ ਕਰਨੀ ਹੈ। ਚਰਮ ਦ੍ਰਿਸ਼ਟੀ ਦਾ ਮਤਲਬ ਦਿਸਦੇ ਹੋਏ ਸੰਸਾਰ ਨਾਲ ਹੀ ਕੇਵਲ ਮੋਹ ਕਰਨਾ। ਚਰਮ ਦ੍ਰਿਸ਼ਟੀ ਤੋਂ ਸੁਰਤ ਨੂੰ ਚੁੱਕ ਕੇ ਲੈ ਕੇ ਜਾਣਾ ਸਮ ਦ੍ਰਿਸ਼ਟੀ ਤੱਕ। ਸਮ ਦ੍ਰਿਸ਼ਟੀ ਦਾ ਮਤਲਬ ਬਰਾਬਰਤਾ ਵਿੱਚ ਆ ਜਾਣਾ, ਸਾਰਾ ਸੰਸਾਰ ਇੱਕੋ ਹੋ ਜਾਣਾ। ਇਹਦੇ ਤੋਂ ਅੱਗੇ ਹੈ ਦਿਵ ਦ੍ਰਿਸ਼ਟੀ।
ਦਿਵ ਦ੍ਰਿਸ਼ਟੀ ਦਾ ਮਤਲਬ ਜਿਹੜਾ ਬੰਦਾ ਦਿਸਦੇ ਨੂੰ ਵੀ ਦੇਖਦਾ ਤੇ ਅਣਦਿਸਦੇ ਨੂੰ ਵੀ ਦੇਖਦਾ ਹੈ, ਜੋ ਨਹੀਂ ਦਿਸਦਾ ਉਹਨੂੰ ਵੀ ਵੇਖ ਸਕਦਾ, ਉਹਨੂੰ ਕਹਿੰਦੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਤਾਂ ਜਦੋਂ ਦਿਵ ਦ੍ਰਿਸ਼ਟੀ ਮਿਲ ਗਈ, ਦਿਵ ਦ੍ਰਿਸ਼ਟੀ ਤੋਂ ਬਾਅਦ ਵਿੱਚ ਮਿਲੇਗੀ ਬ੍ਰਹਮ ਦ੍ਰਿਸ਼ਟੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਬ੍ਰਹਮ ਦਿਸੈ। ਹੁਣ ਜੋ ਕੁਝ ਦਿਸਦਾ ਪਰਮਾਤਮਾ ਹੀ ਹੈ। ਪਹਿਲਾਂ ਤੇ ਇਹ ਕਿਹਾ ਨਾ ਵੀ ਸੰਸਾਰ ਮਿੱਟੀ ਹੈ, ਸੰਸਾਰ ਅਸਲ ਵਿੱਚ ਮਿੱਟੀ ਹੈ ਨਹੀਂ। ਇਹ ਵਿਸ ਸੰਸਾਰ ਤੁਮ ਜੇ ਦੇਖਦੇ, ਇਹ ਹਰ ਕਾ ਰੂਪ ਹੈ। ਇੱਥੇ ਕੁਝ ਵੀ ਮਰਿਆ ਹੋਇਆ ਨਹੀਂ ਹੈ, ਸਾਰਾ ਕੁਝ ਜਿੰਦਾ ਹੈ। ਜਿੱਦਣ ਬੰਦਾ ਖੁਦ ਜਿਉਂ ਪੈਂਦਾ ਉਦਣ ਸਾਰੀਆਂ ਮਰੀਆਂ ਚੀਜ਼ਾਂ ਵੀ ਜਿਉਂ ਕੇ ਖਲੀਆਂ ਹੋ ਜਾਂਦੀਆਂ। ਜਿੰਨਾ ਚਿਰ ਆਪ ਮਰਿਆ ਰਹਿੰਦਾ ਉਹਨਾਂ ਚਿਰ ਜਿਉਂਦੀਆਂ ਚੀਜ਼ਾਂ ਵੀ ਮਰੀਆਂ ਹੋਈਆਂ ਨੇ। ਜਿਹੜੇ ਆਪ ਜਿਉਂ ਪਏ ਨਾ, ਜਿਨ੍ਹਾਂ ਦਾ ਆਪਣੀ ਜ਼ਿੰਦਗੀ ਗੁਰੂ ਨੇ ਜਿਵਾ ਦਿੱਤੀ, ਜੀਵਨ ਦਾਨ ਦੇ ਦਿੱਤਾ, ਨਾਮ ਨਾਲ ਜੋੜ ਦਿੱਤਾ, ਉੱਚਾ ਜੀਵਨ ਬਖਸ਼ ਦਿੱਤਾ, ਬਸ ਮਰੀਆਂ ਹੋਈਆਂ ਚੀਜ਼ਾਂ ਨੂੰ ਉਹ ਜਿਉਂਦਾ ਰੱਖ ਸਕਦੇ। ਕਰਾਮਾਤ ਦੀ ਗੱਲ ਨਹੀਂ ਮੈਂ ਕਰ ਰਿਹਾ, ਉਹਨਾਂ ਵਾਸਤੇ ਸਾਰਾ ਕੁਝ ਜਿੰਦਾ ਹੈ, ਆਪ ਜਿਉਂ ਪਏ। ਤੇ ਜਿੰਨਾ ਚਿਰ ਬੰਦਾ ਆਪ ਮਰਿਆ ਹੋਇਆ ਉਹਨਾਂ ਚਿਰ ਆ ਸਰੀਰ ਜਿਉਂਦਾ ਵੀ ਉਹਨੂੰ ਮਰਿਆ ਹੋਇਆ ਲੱਗਦਾ, ਭਾਰ ਢੋ ਰਿਹਾ ਸਰੀਰ ਦਾ, ਖਿੱਚ ਰਿਹਾ ਇਸ ਨੂੰ ਕਿਸੇ ਤਰ੍ਹਾਂ। ਆਮ ਤੌਰ ਤੇ ਬੰਦਾ ਕਹਿੰਦਾ ਚਲੋ ਅੱਧੀ ਕੁ ਲੰਘ ਗਈ, ਅੱਧੀ ਰਹਿ ਗਈ, ਉਹ ਵੀ ਨਿਕਲ ਹੀ ਜਾਏਗੀ। ਕੱਢ ਰਿਹਾ ਹੈ ਇਸ ਨੂੰ ਕਿਸੇ ਤਰ੍ਹਾਂ, ਖਿੱਚ ਰਿਹਾ ਹੈ ਕਿ ਕਿਵੇਂ ਸਾਲ ਪੂਰੇ ਹੋਣ ਜ਼ਿੰਦਗੀ ਦੇ। ਤਾਂ ਮੌਤ ਦੀ ਉਡੀਕ ਵਿੱਚ ਹੈ, ਜੀਵਨ ਦੀ ਨਹੀਂ। ਤਾਂ ਇਸ ਤਰ੍ਹਾਂ ਇਹ ਹੈ ਬ੍ਰਹਮ ਦ੍ਰਿਸ਼ਟੀ। ਬ੍ਰਹਮ ਦ੍ਰਿਸ਼ਟੀ ਚੌਥੀ ਹੈ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਜਿਨ੍ਹਾਂ ਦੇ ਅੰਦਰ ਨਾਮ ਦੀ ਦਾਤ ਵਸ ਗਈ, ਆਪਣੇ ਆਪ ਉਹਨਾਂ ਨੂੰ ਉਹ ਰਹਿੰਦੇ ਨੇ ਸੰਸਾਰ ਦੇ ਵਿੱਚ, ਸੰਸਾਰ ਦਾ ਉਹਨਾਂ ਤੇ ਪ੍ਰਭਾਵ ਨਹੀਂ ਪੈਂਦਾ, ਸੰਸਾਰ ਤੋਂ ਉੱਚੇ ਰਹਿੰਦੇ ਨੇ। ਇਹ ਜੀਵਨ ਦੀ ਜੁਗਤ ਹੈ, ਜੀਵਨ ਦਾ ਤਰੀਕਾ ਹੈ। ਹੋਰ ਉਦਾਹਰਨਾਂ ਦਿੱਤੀਆਂ ਗੁਰੂ ਸਾਹਿਬ ਨੇ। ਸਿੱਧਾ ਨੇ ਪੁੱਛਿਆ ਸੀ ਤਰੀਕਾ ਕਿਹੜਾ ਹੈ, ਜੁਗਤ ਕਿਹੜੀ ਹੈ? ਤਾਂ ਗੁਰੂ ਸਾਹਿਬ ਨੇ ਉਦਾਹਰਨ ਦਿੱਤਾ, ਜਿਵੇਂ ਪਾਣੀ ਦੇ ਵਿੱਚ ਕਮਲ ਹੈ, ਇਸ ਤਰ੍ਹਾਂ ਬੰਦੇ ਨੂੰ ਸੰਸਾਰ ਵਿੱਚ ਰਹਿਣਾ ਚਾਹੀਦਾ। ਪਾਣੀ ਦੇ ਵਿੱਚ ਹੈ ਕਮਲ, ਚਿੱਕੜ ਦੇ ਵਿੱਚ ਖੜਾ ਹੈ। ਚਿੱਕੜ ਤੋਂ ਬਿਨਾਂ ਕਮਲ ਨਹੀਂ ਰਹਿ ਸਕਦਾ, ਪਰ ਫਰਕ ਬੜਾ ਹੈ। ਹਜ਼ੂਰ ਨੇ ਬਚਨ ਕੀਤੇ, ਕਿਉਂਕਿ ਜਿਨ੍ਹਾਂ ਨਾਲ ਗੱਲ ਕਰ ਰਹੇ ਸਨ ਉਹ ਸਿੱਧ ਸਨ, ਔਰ ਬਾਣੀ ਦਾ ਨਾਮ ਵੀ ਹੈ ਸਿੱਧ ਗੋਸ਼ਟ। ਸਿੱਧਾਂ ਨਾਲ ਗੱਲਬਾਤ ਕੀਤੀ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਔਰ ਉਸ ਸਵਾਲ ਜਵਾਬ ਦੀ ਜਿਹੜੀ ਲੜੀ ਹੈ ਉਹਨੂੰ ਜਦੋਂ ਧਿਆਨ ਨਾਲ ਪੜ੍ਹੀਏ ਤੇ ਬੜੀ ਅਜੀਬ ਗੱਲ ਲੱਗਦੀ ਹੈ। ਸਿੱਧ ਜਿਹੜਾ ਸਵਾਲ ਕਰਦੇ ਨੇ ਉਹ ਬਾਹਰ ਮੁਖੀ ਹੁੰਦਾ ਹੈ। ਕਹਿੰਦੇ ਨੇ ਰਹਿੰਦੇ ਕਿੱਥੇ ਹੋ, ਤੁਹਾਡਾ ਸ਼ਹਿਰ ਕਿਹੜਾ ਹੈ? ਤੇ ਗੁਰੂ ਸਾਹਿਬ ਸਾਰੇ ਬਾਹਰ ਮੁਖੀ ਸਵਾਲਾਂ ਦਾ ਜਵਾਬ ਅੰਤਰਮੁਖੀ ਕਰ ਦਿੰਦੇ ਨੇ, ਅਧਿਆਤਮਵਾਦੀ ਦਿੰਦੇ ਨੇ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ 1430 ਅੰਗ ਨੇ, ਔਰ 1430 ਅੰਗਾਂ ਦੇ ਵਿੱਚੋਂ ਕਰੀਬ 30 ਜਾਂ 40 ਅੰਗ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੇ ਬਾਹਰਲੇ ਸੰਸਾਰ ਦੀ ਗੱਲ ਕੀਤੀ ਹੋਵੇ, ਸਮਾਜ ਦੀ ਗੱਲ ਕੀਤੀ ਹੋਵੇ, ਮਾਇਆ ਦੀ ਗੱਲ ਕੀਤੀ ਜਾਂ ਹੋਰ ਕੁਝ ਕੀਤਾ ਹੋਵੇ। ਬਾਕੀ ਜਿੰਨਾ ਹੈ ਉਹਦੇ ਵਿੱਚ ਸਾਰੀ ਨਾਮ ਦੀ ਹੀ ਵਿਆਖਿਆ ਹੈ, ਮਨ ਦੀ ਵਿਆਖਿਆ ਹੈ, ਸੁਰਤ ਦੀ ਵਿਆਖਿਆ ਹੈ, ਧਿਆਨ ਦੀ ਵਿਆਖਿਆ ਹੈ। ਤੇ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਕਰਨੇ ਆ, ਸਾਡੀ ਵਿਆਖਿਆ ਦਾ ਬਹੁਤਾ ਹਿੱਸਾ ਸਮਾਜਵਾਦੀ ਹੁੰਦਾ ਹੈ। ਇਹਦਾ ਮਤਲਬ ਗੁਰੂ ਨਾਲ ਜੋੜ ਨਹੀਂ ਬੈਠ ਰਿਹਾ। ਤਾਂ ਸਤਿਗੁਰਾਂ ਨੇ ਜਿਹੜੇ ਜਵਾਬ ਦਿੱਤੇ, ਗੁਰੂ ਨਾਨਕ ਸਾਹਿਬ ਨੇ, ਸਾਰੇ ਅਧਿਆਤਮਵਾਦੀ ਜਵਾਬ ਦਿੰਦੇ ਨੇ, ਸ਼ਬਦ ਵਿੱਚ ਰਹਿੰਦੇ ਆ, ਸ਼ਬਦ ਸਾਡਾ ਘਰ ਹੈ। ਤਾਂ ਉਸ ਵਕਤ ਉਹਨਾਂ ਨੇ ਪੁੱਛਿਆ, ਸੰਸਾਰ ਦੇ ਵਿੱਚ ਕਿਵੇਂ ਤੁਸੀਂ ਆਪਣੇ ਆਪ ਨੂੰ ਬਚਾ ਲੈਂਦੇ ਹੋ ਲਹਿਰਾਂ ਤੋਂ, ਮਾਇਆ ਤੋਂ? ਬੜਾ ਕੁਝ ਹੈ ਸੰਸਾਰ ਦੇ ਵਿੱਚ। ਤੇ ਉਦਾਹਰਨ ਦਿੱਤੀ ਗੁਰੂ ਸਾਹਿਬ ਨੇ, ਕਹਿੰਦੇ ਸਾਹਮਣੇ ਵੇਖੋ, ਤਲਾਬ ਦੇ ਵਿੱਚ, ਛੱਪੜ ਦੇ ਵਿੱਚ ਚਿੱਕੜ ਹੈ, ਜਾਲਾ ਹੈ, ਗੰਦਗੀ ਹੈ, ਪਾਣੀ ਬਹੁਤ ਗੰਦਾ ਹੈ, ਤੇ ਇਹਦੇ ਵਿੱਚ ਇੱਕ ਕਮਲ ਉੱਗਿਆ ਹੋਇਆ, ਕਮਲ ਦਾ ਫੁੱਲ ਹੈ।
पर कमल दे फुੱਲ ਦੇ ਉੱਤੇ उस चिक्कड़ ਦਾ ਪ੍ਰਭਾਵ ਕੋਈ ਨਹੀਂ, ਉਹਦੇ ਤੋਂ ਵੱਖਰਾ ਹੈ, ਉੱਚਾ ਹੈ। ਉਹਦੇ ਵਿੱਚ ਬਦਬੂ ਹੈ ਤੇ ਫੁੱਲ ਦੇ ਵਿੱਚੋਂ ਸੁਗੰਧੀ ਆ ਰਹੀ ਹੈ, ਦੋਵਾਂ ਵਿੱਚ ਬੜਾ ਫਰਕ ਹੈ। ਪਰ ਉਸ ਕਮਲ ਦੇ ਫੁੱਲ ਦੀ ਜਿਹੜੀ ਜੜ ਹੈ ਉਹ ਚਿੱਕੜ ਦੇ ਵਿੱਚ ਹੈ। ਇਸ ਤਰ੍ਹਾਂ ਦਾ ਜਿਸ ਮਨੁੱਖ ਦਾ ਜੀਵਨ ਹੋ ਜਾਂਦਾ ਹੈ, ਜਿਹਦੀ ਸੁਰਤ ਦਾ ਇੱਕ ਸਿਰਾ ਸੰਸਾਰ ਵਿੱਚ ਰਹਿੰਦਾ ਹੈ, ਜਿਵੇਂ ਉਸ ਕਮਲ ਦੇ ਫੁੱਲ ਦੀ ਜੜ ਜਿਹੜੀ ਉਹ ਚਿੱਕੜ ਦੇ ਵਿੱਚ ਹੈ, ਤੇ ਇੱਕ ਸੁਰਤ ਦਾ ਦੂਜਾ ਸਿਰਾ ਜਿਹੜਾ ਉਹ ਵਾਹਿਗੁਰੂ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ, ਉਹ ਕਮਲ ਦੇ ਫੁੱਲ ਵਾਂਗੂ ਸੁਗੰਧੀ ਨਾਲ ਭਰਿਆ ਜਾਂਦਾ ਹੈ। ਬਸ ਬੰਦੇ ਨੇ ਇਹ ਗਲਤੀ ਕਰ ਲਈ ਹੈ, ਜੜ ਤੇ ਚਿੱਕੜ ਵਿੱਚ ਲਾਣੀ ਸੀ, ਉਹਨੇ ਫੁੱਲ ਵੀ ਚਿੱਕੜ ਵਿੱਚ ਲਾ ਦਿੱਤਾ ਹੈ। ਜੜ ਤੇ ਲਾਉਣੀ ਸੀ, ਸਰੀਰ ਤੇ ਲਾਉਣਾ ਹੀ ਸੀ ਸੰਸਾਰ ਦੇ ਵਿੱਚ, ਕਿਉਂਕਿ ਸੰਸਾਰ ਜਿਹੜਾ ਸਰੀਰ ਤੋਂ ਬਿਨਾ ਚੱਲਦਾ ਨਹੀਂ। ਪਰ ਗਲਤੀ ਇਹਨੇ ਇਹ ਕਰ ਲਈ ਵੀ ਜਿਹੜਾ ਅੰਦਰ ਇਹਦੇ ਅੰਦਰ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੁਰਤੀ, ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਜਿਹਨੂੰ ਕਹਿੰਦੇ ਨੇ ਧਿਆਨ, ਜਿਹਨੂੰ ਕਹਿੰਦੇ ਨੇ ਬੰਦੇ ਦਾ ਮਨ, ਉਹ ਜਿਹੜਾ ਫੁੱਲ ਹੈ ਉਹ ਫੁੱਲ ਵੀ ਇਹਨੇ ਚਿੱਕੜ ਦੇ ਵਿੱਚ ਘਸੋੜ ਦਿੱਤਾ। ਚਿੱਕੜ ਵਿੱਚ ਫਸਿਆ ਹੋਇਆ ਫੁੱਲ ਜਿਹੜਾ, ਬਸ ਇਸ ਫੁੱਲ ਨੂੰ ਉੱਚਾ ਕਰਨਾ ਹੈ, ਧਿਆਨ ਨੂੰ ਉੱਚਾ ਕੱਢਣਾ ਹੈ। ਇੱਥੇ ਇਹ ਅਭਿਆਸ ਹੈ ਜਿਹੜਾ ਧਰਮ ਦੀ ਸਾਧਨਾ ਹੈ ਨਾ, ਸਿੱਖੀ ਦੀ ਸਾਧਨਾ ਹੈ, ਉਹ ਇੱਥੋਂ ਤੱਕ ਸਮਾਪਤ ਨਹੀਂ ਹੁੰਦੀ, ਮੇਲਿਆਂ ਗੇਲਿਆਂ ਤੱਕ, ਯਾਤਰਾਵਾਂ ਤੱਕ, ਇੱਥੇ ਖਤਮ ਨਹੀਂ ਹੁੰਦੀ ਆ ਕੇ। ਭਾਵੇਂ ਕਿ ਅਸੀਂ ਕਰ ਦਿੰਦੇ ਹਾਂ, ਅਸੀਂ ਮੁਕਾ ਦਿੰਦੇ ਹਾਂ, ਇੱਥੇ ਵੱਡੇ ਵੱਡੇ ਲੰਗਰਾਂ ਵਿੱਚ ਸਿੱਖੀ ਸਮਾਪਤ ਹੋ ਜਾਂਦੀ ਹੈ, ਵੱਡੇ ਵੱਡੇ ਇਕੱਠਾਂ ਨੂੰ ਕਹਿ ਦਿੰਦੇ ਹਾਂ ਸਿੱਖੀ ਦੀ ਚੜ੍ਹਦੀ ਕਲਾ ਹੋ ਗਈ ਹੈ, ਵੱਡੇ ਵੱਡੇ ਦਰਬਾਰ ਸੱਜ ਜਾਂਦੇ ਨੇ, ਉਹਨੂੰ ਕਹਿ ਦਿੰਦੇ ਹਾਂ ਉਹ ਸਿੱਖੀ ਦੀ ਸ਼ੁਰੂਆਤ ਹੋ ਸਕਦੀ ਹੈ, ਸਿੱਖੀ ਦਾ ਅੰਤ ਨਹੀਂ ਹੋ। ਗੁਰ ਸਿੱਖੀ ਦੀ ਜਿਹੜੀ ਸਾਧਨਾ ਹੈ ਉਹ ਇਹ ਹੈ ਕਿ ਬੰਦੇ ਨੂੰ ਇਸ ਦੇਹ ਦੇ ਵਿੱਚ ਰਹਿੰਦੇ ਹੋਏ ਸੰਸਾਰ ਤੋਂ ਵੱਖਰੇ ਰਹਿਣ ਦੀ, ਨਾਮ ਨਾਲ ਜੁੜ ਕੇ ਜਿਉਣ ਦੀ ਜਾਚ ਕਿਵੇਂ ਆਵੇ, ਜੁਗਤ ਕਿਵੇਂ ਆ ਜਾਏ। ਤਾਂ ਸਤਿਗੁਰੂ ਨੇ ਬਚਨ ਕੀਤੇ, ਜੈਸੇ ਜਲ ਮੈਂ ਕਮਲ ਨਿਰਾਲਮ, ਪਾਣੀ ਦੇ ਵਿੱਚ ਰਹਿੰਦਾ ਫੁੱਲ, ਪਾਣੀ ਦੇ ਵਿੱਚ ਡੁੱਬਦਾ ਨਹੀਂ, ਜੜ ਉਹਦੀ ਚਿੱਕੜ ਵਿੱਚ ਹੈ। ਇਸ ਤਰ੍ਹਾਂ ਜੇ ਕੋਈ ਸਰੀਰ ਧਾਰੀ ਆਪਣੇ ਜੀਵਨ ਦੀ ਜੜ ਰੱਖੇ ਸੰਸਾਰ ਵਿੱਚ ਤੇ ਮਨ ਨੂੰ ਰੱਖੇ ਸ਼ਬਦ ਨਾਲ ਜੋੜ ਕੇ, ਇੱਕ ਦਿਨ ਉਹਨੂੰ ਜਿਉਣ ਦੀ ਜਾਚ ਆ ਜਾਂਦੀ। ਇਹ ਅਭਿਆਸ ਕਰਨਾ ਇਸ ਥਾਂ ਤੇ, ਇਹ ਵਿਦਿਆ ਹੈ ਇੱਥੋਂ ਦੀ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਉਦਾਹਰਨ ਦਿੱਤੀ। ਉਹ ਕਹਿੰਦੇ ਤੂੰ ਉੱਚਾ ਰਹਿਣ ਵਾਸਤੇ ਸੀ, ਪੈਰ ਤੇਰੇ ਜ਼ਮੀਨ ਤੇ ਨੇ, ਸਿਰ ਤੇਰਾ ਜ਼ਮੀਨ ਤੋਂ ਉੱਚਾ ਹੈ। ਸਿਰ ਨੂੰ ਨਿਰੰਕਾਰ ਨਾਲ ਜੋੜਦਾ ਹੈ, ਪੈਰ ਮਾਇਆ ਦਾ ਰੂਪ ਨੇ, ਇਹ ਸੰਸਾਰ ਨਾਲ ਜੁੜੇ ਰਹਿਣ। ਇਸ ਕਰਕੇ ਕਹਿਣ ਲੱਗੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਇੱਥੇ ਮੁਰਗਾਈ ਮੁਰਗਾਬੀ ਦਾ ਵੀ ਉਦਾਹਰਨ ਦਿੱਤਾ। ਤੁਸੀਂ ਮੁਰਗਾਬੀ ਦੇਖੋਗੇ ਤਾਂ ਜਦੋਂ ਪਾਣੀ ਵਿੱਚ ਤਰਦੀ ਏ, ਪਾਣੀ ਦੇ ਵਿੱਚ ਤਰਦੀ ਤਰਦੀ ਨੂੰ ਉਹਨੂੰ ਕਿਸੇ ਸੁੱਕੇ ਥਾਂ ਤੇ ਨਹੀਂ ਜਾਣਾ ਪੈਂਦਾ ਉੱਡਣ ਵਾਸਤੇ, ਪਾਣੀ ਦੇ ਵਿੱਚੋਂ ਹੀ ਉੱਡ ਜਾਂਦੀ ਹੈ। ਤਾਂ ਜਦੋਂ ਪਾਣੀ ਵਿੱਚੋਂ ਉਡਾਰੀ ਮਾਰਦੀ ਹੈ ਮੁਰਗਾਈ, ਤਾਂ ਉਹਦੇ ਸਾਰੇ ਖੰਭ ਬਿਲਕੁਲ ਸੁੱਕੇ ਹੁੰਦੇ, ਕੋਈ ਉਹਨਾਂ ਦੇ ਨਾਲ ਪਾਣੀ ਨਹੀਂ ਖੈਂਦਾ, ਪਾਣੀ ਤੋਂ ਵੱਖਰੇ ਰਹਿੰਦੇ। ਜਦੋਂ ਉਹਦਾ ਚਿੱਤ ਕਰੇ ਇੱਕਦਮ ਉਡਾਨ ਭਰ ਸਕਦੀ ਹੈ, ਪਾਣੀ ਉਹਦੇ ਖੰਭਾਂ ਨੂੰ ਪਹੁੰਚਦਾ ਨਹੀਂ, ਪਾਣੀ ਉਹਦੇ ਸਰੀਰ ਤੱਕ ਜਾਂਦਾ ਨਹੀਂ। ਤਾਂ ਇਹ ਜੁਗਤ ਦੱਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਕਹਿਣ ਲੱਗੇ, ਰਹਿਣਾ ਤੂੰ ਪਰਿਵਾਰ ਦੇ ਵਿੱਚ, ਗ੍ਰਸਤ ਦੇ ਵਿੱਚ, ਸੰਸਾਰ ਦੇ ਅੰਦਰ ਹੈ, ਪਰ ਮੁਰਗਾਬੀ ਤੋਂ ਸਿੱਖ ਕਿਵੇਂ ਰਹਿਣਾ ਹੈ। ਇਹ ਨਾ ਹੋਵੇ ਵੀ ਤੇਰੇ ਤੋਂ ਉੱਡਿਆ ਨਾ ਜਾਏ। ਤੂੰ ਇਸ ਤਰ੍ਹਾਂ ਰਹਿਣਾ ਸੰਸਾਰ ਵਿੱਚ ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਏ, ਤੂੰ ਇਸ ਤਰ੍ਹਾਂ ਸੰਸਾਰ ਵਿੱਚ ਨਾ ਰਵੇਂ ਜਿਵੇਂ ਮੱਖੀ ਗੁੜ ਤੇ ਬੈਠ ਜਾਂਦੀ ਹੈ। ਇਹ ਵੀ ਉਦਾਹਰਨਾਂ ਦਿੱਤੀਆਂ। ਮੱਖੀ ਵੀ ਗੁੜ ਤੇ ਬੈਠਦੀ ਹੈ ਨਾ, ਬਹਿੰਦੀ ਤਾਂ ਖਾਣ ਵਾਸਤੇ ਹੈ ਕਿ ਗੁੜ ਖਾ ਕੇ ਉੱਡ ਜਾਵਾਂਗੀ, ਪਰ ਕਦੀ ਗੁੜ ਨੇ ਉੱਡਣ ਦਿੱਤਾ ਹੈ? ਕਿਉਂਕਿ ਜਦੋਂ ਗੁੜ ਖਾਣ ਲੱਗੀ, ਜਾਂ ਤੇ ਗੁੜ ਖਾਣ ਦੀ ਜੁਗਤ ਸਿੱਖ ਲੈਂਦੀ ਨਾ, ਕਿਵੇਂ ਖਾਣਾ ਹੈ, ਖੰਭ ਬਚਾ ਕੇ ਰੱਖਣੇ ਨੇ। ਉਹ ਖੰਭ ਜਿਹੜੇ ਛੋਟੇ ਛੋਟੇ ਮੱਖੀ ਦੇ, ਉਹ ਗੁੜ ਦੇ ਉੱਤੇ ਲੱਗ ਗਏ, ਖੰਭ ਨਾਲ ਚਿਪਕ ਗਏ, ਤੇ ਜਦੋਂ ਗੁੜ ਖਾ ਰਹੀ ਸੀ ਬੇਹੋਸ਼ ਹੋ ਗਈ। ਖੰਭ ਉੱਚੇ ਚੁੱਕ ਕੇ ਰੱਖਣੇ ਸਨ, ਧਿਆਨ ਨਹੀਂ ਰਿਹਾ।
ਗੁੜ ਦੇ ਮਿੱਠੇ ਨੇ ਇੰਨਾ ਬੇਹੋਸ਼ ਕਰ ਦਿੱਤਾ ਵੀ ਖੰਭ ਲੱਗ ਗਏ ਗੁੜ ਦੇ ਉੱਤੇ। ਜਦੋਂ ਗੁੜ ਚੰਗੀ ਤਰ੍ਹਾਂ ਖਾ ਕੇ ਰੱਜ ਗਈ ਤੇ ਉੱਡਣ ਵਾਸਤੇ ਖੰਭ ਚੁੱਕਣ ਲੱਗੀ, ਇੰਨੇ ਚਿਰ ਨੂੰ ਖੰਭ ਜਿਹੜੇ ਚਿਪਕ ਗਏ ਸਨ ਗੁੜ ਦੇ ਨਾਲ, ਹੁਣ ਚੁੱਕੇ ਨਹੀਂ ਜਾਂਦੇ, ਫਸ ਗਏ ਵਿੱਚ, ਜੀਵਨ ਫਸ ਗਿਆ। ਪਦਾਰਥ ਇਸ ਤਰ੍ਹਾਂ ਦਾ ਹੀ ਗੁੜ ਵਰਗਾ ਹੈ, ਸਚਾਈ ਹੈ। ਜੋ ਕੁਝ ਇੱਥੇ ਦਿਸਦਾ ਪਿਆ, ਜੋ ਕੁਝ ਰੰਗੀਨ ਹੈ, ਜੋ ਕੁਝ ਖਿੱਚਦਾਇਕ ਹੈ, ਜੋ ਕੁਝ ਬੰਦੇ ਨੂੰ ਬੇਹੋਸ਼ ਕਰਦਾ ਹੈ, ਉਹ ਸਾਰਾ ਗੁੜ ਹੈ, ਉਹ ਸਾਰਾ ਮਿੱਠਾ ਹੈ। ਔਰ ਆਦਮੀ ਦੀ ਸੁਰਤ ਉਸ ਮਿੱਠੇ ਤੇ ਮੱਖੀ ਬਣ ਕੇ ਬਹਿੰਦੀ ਏ, ਤੇ ਬਹਿੰਦਿਆਂ ਰਹਿਣਾ ਤੇ ਹੈ ਸੀ ਪਦਾਰਥ ਵਿੱਚ। ਪਦਾਰਥ ਵੀ ਵਰਤਨੇ ਸਨ, ਵੱਖਰਾ ਤੇ ਕੀਤਾ ਨਹੀਂ, ਪਰ ਉੱਥੇ ਉਸ ਸੁਰਤ ਨੇ ਇਹ ਗਲਤੀ ਕੀਤੀ ਕਿ ਖੰਭ ਜਿਹੜੇ ਸਨ ਸਾਰੇ ਉਸ ਪਦਾਰਥ ਦੇ ਨਾਲ ਚਿਪਕਾ ਦਿੱਤੇ, ਧਿਆਨ ਨਹੀਂ ਰੱਖਿਆ। ਗੁਰੂ ਹੁੰਦਾ ਤੇ ਦੱਸਦਾ ਨਾ ਵੀ ਇੱਥੇ ਕਿਵੇਂ ਖਾਣਾ ਹੈ ਪਦਾਰਥ। ਲੋਕ ਕਹਿੰਦੇ ਨੇ ਗੁਰਦੁਆਰੇ ਉਹ ਜਾਂਦੇ ਜਿਹੜੇ ਧਾਰਮਿਕ, ਜਿਨ੍ਹਾਂ ਨੇ ਨਾਮ ਜਪਣਾ ਹੈ, ਇਹ ਵੀ ਇੱਕ ਸਚਾਈ ਹੈ। ਪਰ ਜੇ ਤੁਸੀਂ ਹੋਰ ਸੱਚ ਨੂੰ ਲੱਭਣਾ ਚਾਹੋ, ਜੇ ਸੰਸਾਰ ਵਿੱਚ ਤੁਸੀਂ ਰਹਿਣਾ ਹੈ ਤੇ ਸੰਸਾਰ ਵਿੱਚ ਰਹਿਣ ਵਾਸਤੇ ਗੁਰੂ ਚਾਹੀਦਾ ਹੈ। ਸੰਸਾਰ ਵਿੱਚ ਵੀ ਗੁਰੂ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ। ਰੱਬ ਦੇ ਰਾਹ ਤੇ ਤਾਂ ਗੁਰੂ ਦੀ ਜ਼ਰੂਰਤ ਹੈ ਹੀ, ਕੋਈ ਸ਼ੱਕ ਨਹੀਂ, ਚਾਹੀਦਾ ਹੈ। ਤੇ ਅਸੀਂ ਕਈ ਵਾਰੀ ਕਹਿੰਦੇ ਆ ਵੀ ਇਹ ਧਾਰਮਿਕ ਬੰਦੇ, ਵਿਵਸਥਾ ਹੈ ਇਹਨਾਂ ਦੀ, ਇਹ ਧਾਰਮਿਕ ਬੰਦੇ ਹਰ ਇੱਕ ਕੌਮ ਨੇ ਕੁਝ ਰੱਖੇ ਹੋਏ ਨੇ, ਵੱਖਰੇ ਕਰਕੇ ਰੱਖ ਦਿੱਤੇ ਕਿ ਤੁਸੀਂ ਧਾਰਮਿਕ ਹੋ, ਤੁਹਾਡੀ ਇਹ ਜਮਾਤ ਹੈ। ਉਹਨਾਂ ਨੂੰ ਇਸ ਤਰ੍ਹਾਂ ਲਾਈਨਬੱਧ ਕਰ ਦਿੱਤਾ ਗਿਆ ਤੇ ਉਹ ਫਿਰ ਆਉਂਦੇ ਜੇ ਅਸੀਂ ਤਾਂ ਪਾਪੀ ਲੋਕ, ਪਾਪ ਕਰਦੇ ਹੀ ਹਾਂ। ਇੱਕ ਬੜਾ ਵੱਡਾ ਰਿਵਾਜ ਹੈ। ਇੱਕ ਤੇ ਬੰਦਾ ਪਾਪ ਕਰਦਾ ਹੈ ਨਾ, ਇੱਕ ਪਾਪ ਕਰਨ ਦੀ ਪੂਰੀ ਵਿਆਖਿਆ ਕਰਕੇ ਦਾਅਵਾ ਵੀ ਕਰ ਦਿੰਦਾ ਅਸੀਂ ਤੇ ਕਰਨਾ ਹੀ ਕਰਨਾ ਹੈ ਜੀ, ਧੁਰ ਤੋਂ ਡਿਊਟੀ ਲੱਗੀ ਹੋਈ ਹੈ। ਗ੍ਰਸਤੀ ਜੋ ਹੋਏ, ਗ੍ਰਸਤ ਦਾ ਮਤਲਬ ਪਾਪ ਕੱਢਿਆ ਗਿਆ ਹੈ। ਤਾਂ ਉਹ ਆਪਣਾ ਜਿਹੜਾ ਲਾਇਸੈਂਸ ਹੈ ਪਾਪ ਦਾ, ਧਾਰਮਿਕ ਥਾਵਾਂ ਤੋਂ ਉਹਨੂੰ ਰੀਨਿਊ ਕਰਾਉਂਦੇ ਨੇ ਕਿ ਹੁਣ ਤੁਸੀਂ ਸਾਲ ਵਾਸਤੇ ਫਿਰ ਨਵਾਂ ਕਰ ਦਿਓ। ਇੱਕ ਸਾਲ ਪਾਪ ਕੀਤੇ ਸਨ ਤੇ ਸਾਲ ਬਾਅਦ ਗਏ ਧਾਰਮਿਕ ਕਿਸੇ ਅਸਥਾਨ ਤੇ, ਉੱਥੇ ਆਪਣੀ ਭੇਟਾ ਆਦਿਕ ਦੇ ਦਿੱਤੇ, ਹੋਰ ਇਸ਼ਨਾਨ ਆਦਿਕ ਕਰ ਲਿਆ ਤੇ ਮਨ ਨੂੰ ਤਸੱਲੀ ਕਰਾ ਲਏ ਵੀ ਪਿਛਲਾ ਸਾਲ ਤਾਂ ਹੋ ਗਿਆ ਸਾਫ਼, ਪਿਛਲੇ ਪਾਪ ਤਾਂ ਲੈ ਗਏ, ਅੱਗੇ ਵਾਸਤੇ ਇਜਾਜ਼ਤ ਮਿਲ ਗਈ ਸਾਲ ਵਾਸਤੇ। ਕਿਉਂਕਿ ਅਰਦਾਸ ਦੇ ਸ਼ਬਦ ਹੀ ਹੁੰਦੇ ਨੇ ਅਸੀਂ ਤੇ ਪਾਪ ਕਰਨੇ ਹੀ ਕਰਨੇ ਨੇ। ਗ੍ਰਸਤੀ ਜੋ ਹੋਏ, ਸੰਸਾਰੀ ਹੋਏ, ਸਾਨੂੰ ਪਾਪ ਕਰਨ ਵਾਸਤੇ ਪੈਦਾ ਕੀਤਾ। ਤਾਂ ਜਿਹੜੀ ਚੀਜ਼ ਨੂੰ ਪਹਿਲੇ ਹੀ ਮਿਥ ਲਿਆ ਉਹ ਛੁੱਟੇਗੀ ਕਿਵੇਂ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਹੀ ਮੈਂ ਕਰ ਰਿਹਾ। ਸਾਹਿਬ ਕਹਿੰਦੇ ਨੇ ਪਾਪ ਕਰੈ ਪੰਚਾਂ ਕੇ ਵਸ ਰੇ, ਪਾਪ ਕਰਦਾ ਹੈ ਪੰਜਾਂ ਵਿਕਾਰਾਂ ਦੇ ਵਸ ਵਿੱਚ ਪੈ ਕੇ। ਤੀਰਥ ਨਹਾਏ ਕਹੇ ਸਭ ਉਤਰੇ, ਤੇ ਤੀਰਥ ਤੇ ਜਾ ਕੇ ਆਪ ਵੀ ਕਹਿ ਦਿੰਦਾ ਉਤਰ ਗਏ, ਆਪਣੇ ਆਪ ਫਿਕਸ ਕਰ ਲੈਂਦਾ। ਸਤਿਗੁਰੂ ਨੂੰ ਤਾਂ ਪੁੱਛੇ ਨਹੀਂ ਵੀ ਉਤਰੇ ਨੇ ਕਿ ਨਹੀਂ, ਕੋਈ ਪਤਾ ਨਹੀਂ ਉਤਰੇ ਨੇ ਕਿ ਨਹੀਂ, ਪਰ ਆਪ ਫਿਕਸ ਕਰ ਲਿਆ ਵੀ ਉਤਰ ਗਏ। ਤਾਂ ਇਸ ਤਰ੍ਹਾਂ ਸੁਰਤ ਜਿਹੜੀ ਮੱਖੀ ਬਣ ਕੇ ਜਦੋਂ ਸੰਸਾਰ ਨਾਲ ਚੰਬੜ ਗਈ, ਫਿਰ ਉੱਡਣ ਦੀ ਗੱਲ ਖਤਮ ਹੋ ਗਈ, ਫਸਿਆ ਪਿਆ ਜੀਵਨ। ਇਹ ਮੱਖੀ ਦਾ ਜੀਵਨ ਹੈ ਕਿ ਉਹ ਗੁੜ ਖਾਣ ਵਾਸਤੇ ਬਹਿੰਦੀ, ਪਰਤ ਕੇ ਖੰਭ ਕੰਮ ਨਹੀਂ ਕਰਦੇ। ਔਰ ਸਤਿਗੁਰੂ ਨੇ ਤੇ ਇਸ ਗੁੜ ਨੂੰ ਖਾਣ ਦੀ ਜਾਚ ਦੱਸੀ, ਸੰਸਾਰ ਨੂੰ ਵਰਤਣਾ ਕਿਵੇਂ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਰੱਬ ਦੀ ਗੱਲ ਤੇ ਬੜੀ ਦੂਰ ਹੈ, ਪਰਮਾਰਥ ਦੀ ਗੱਲ ਤੇ ਬੜੀ ਦੂਰ ਹੈ। ਸੰਸਾਰ ਦੇ ਵਿੱਚ ਠੀਕ ਠੀਕ ਆਦਮੀ ਬਣ ਕੇ ਜਿਉਣਾ ਹੈ ਤੇ ਜਾਚ ਸਿੱਖਣੀ ਪਏਗੀ ਗੁਰੂ ਗ੍ਰੰਥ ਸਾਹਿਬ ਜੀ ਤੋਂ। ਸੰਸਾਰ ਵਿੱਚ ਵੀ ਬੰਦਾ ਠੀਕ ਨਹੀਂ ਜਿਉ ਸਕਦਾ, ਕੰਮ ਕਿਵੇਂ ਕਰਨਾ ਹੈ ਇਹ ਵੀ ਸਿੱਖਣਾ ਪਏਗਾ ਗੁਰੂ ਤੋਂ, ਹੋਰ ਕਿਸੇ ਤੋਂ ਨਹੀਂ। ਜਿਨ੍ਹਾਂ ਨੇ ਆਪ ਹੀ ਗਲਤ ਕੀਤਾ ਉਹ ਸਾਨੂੰ ਠੀਕ ਕਿਵੇਂ ਸਿਖਾਉਣਗੇ? ਜਿਨ੍ਹਾਂ ਤੋਂ ਅਸੀਂ ਸੰਸਾਰ ਵਿੱਚ ਰਹਿਣਾ ਸਿੱਖ ਰਹੇ ਹਾਂ। ਇੱਕ ਅੰਧਾ ਟੀਚਰ ਜਿਹਦੀਆਂ ਅੱਖਾਂ ਨਹੀਂ, ਜੋ ਅੰਨਾ ਹੈ ਬਿਲਕੁਲ, ਉਹ ਸਿਖਾਉਣ ਵਾਲਾ, ਉਹ ਪੜ੍ਹਾਉਣ ਵਾਲਾ ਕਲਾਸ ਲਾ ਕੇ ਬੈਠਾ ਹੈ, ਆਓ ਮੈਂ ਤੁਹਾਨੂੰ ਪੜ੍ਹਨ ਦੀ ਜਾਚ ਦੱਸਾਂ, ਤੇ ਤੇਰੀਆਂ ਤੇ ਅੱਖਾਂ ਹੀ ਕੋਈ ਨਹੀਂ ਹਨ।
ਤਾਂ ਸੰਸਾਰ ਵਿੱਚ ਰਹਿਣ ਦੀ ਜਿਹੜੀ ਅਸੀਂ ਜਾਚ ਸਿੱਖਣੇ ਆ, ਉਹ ਬੰਦੇ ਸੁਜਾਖੇ ਨਹੀਂ, ਉਹਨਾਂ ਦੀਆਂ ਅੱਖਾਂ ਹੈ ਹੀ ਨਹੀਂ ਹਨ, ਉਹ ਖੁਦ ਅੰਨੇ ਨੇ, ਟੋਕ ਕੇ ਤੁਰ ਰਹੇ ਨੇ, ਉਹਨਾਂ ਨੂੰ ਆਪ ਨਹੀਂ ਦਿਸਦਾ, ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਗਿਆਨ ਨਹੀਂ ਕਿ ਉਹ ਸੰਸਾਰ ਵਿੱਚ ਠੀਕ ਠੀਕ ਜਿਉਣ ਦੀ ਜਾਚ ਦੱਸ ਦੇਣ। ਤਾਂ ਇਸ ਤੋਂ ਸੰਸਾਰ ਦਾ ਗੁਰੂ ਤੋਂ ਬਿਨਾ ਹੋਰ ਗਿਆਨ ਕਿਸੇ ਤੋਂ ਲੈਣਾ, ਉਹ ਤਾਂ ਇਸ ਤਰ੍ਹਾਂ ਦਾ ਹੈ ਜਿਵੇਂ ਦੋ ਅੰਧੇ ਆਦਮੀ ਇੱਕ ਦੂਜੇ ਨੂੰ ਕਹਿੰਦੇ ਨੇ ਆ ਤੈਨੂੰ ਰਾਹ ਦਸੀਏ, ਦੋਵੇਂ ਅੰਨੇ ਇੱਕ ਦੂਜੇ ਦੀ ਬਾਂਹ ਫੜ ਕੇ ਟੋਕ ਕੇ ਤੁਰ ਰਹੇ ਨੇ। ਤਾਂ ਇਸ ਕਰਕੇ ਬਚਨ ਕੀਤਾ ਕਿ ਗੁਰ ਮਿਲ ਚੱਜ ਆਚਾਰ ਸਿੱਖ, ਗੁਰੂ ਨੂੰ ਮਿਲ ਕੇ ਸੰਸਾਰ ਵਿੱਚ ਰਹਿਣ ਦੀ ਜਾਚ ਸਿੱਖ, ਤੇ ਗੁਰੂ ਦੱਸੇਗਾ ਇਸ ਪਦਾਰਥ ਰੂਪੀ ਗੁੜ ਦੇ ਉੱਤੇ ਕਿਵੇਂ ਬਹਿਣਾ ਹੈ, ਕਿੰਨਾ ਕੁ ਖਾਣਾ ਹੈ, ਤੇ ਪਰਤ ਕੇ ਇਹਦੇ ਵਿੱਚੋਂ ਉੱਡ ਕਿਵੇਂ ਜਾਣਾ। ਨਹੀਂ ਤੇ ਬੜੇ ਫਸੇ ਹੋਏ ਨੇ, ਬੜੇ ਗਲੇ ਹੋਏ ਨੇ ਵਿੱਚ, ਜਿਉਂ ਬੈਠੇ ਬੈਠ ਹੀ ਗਏ, ਜਿਉਂ ਜੁੜੇ ਪਦਾਰਥ ਦੇ ਨਾਲ ਜੋੜੀ ਗਏ। ਸਾਰੀ ਜ਼ਿੰਦਗੀ ਲੰਘ ਗਈ ਮਿੱਟੀ ਫੋਲਦਿਆਂ, ਤੇ ਮਿੱਟੀ ਫੋਲ ਫੋਲ ਕੇ ਦਿਮਾਗ ਮਿੱਟੀ ਦਾ ਹੀ ਬਣ ਗਿਆ, ਸੁਰਤ ਵਿੱਚ ਹੈ ਹੀ ਨਹੀਂ, ਸ਼ਬਦ ਦੀ ਵਿੱਚ ਗੱਲ ਹੀ ਕੋਈ ਨਹੀਂ ਹੈ। ਸਾਰੀ ਉਮਰ ਜਿਵੇਂ ਦੀ ਚੀਜ਼ ਦਾ ਇਸਤੇਮਾਲ ਕੀਤਾ, ਜੀਵਨ ਉਸੇ ਤਰ੍ਹਾਂ ਦਾ ਹੀ ਬਣ ਗਿਆ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਮੱਖੀ ਦੀ ਵੀ ਇੱਕ ਜੁਗਤ ਹੈ, ਤੇ ਮੁਰਗਾਈ ਦੀ ਉਦਾਹਰਨ ਦਿੱਤੀ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਐ। ਇਸ ਤਰ੍ਹਾਂ ਸ਼ਬਦ ਦੇ ਵਿੱਚ ਸੁਰਤ ਜੋੜਿਆਂ, ਬੰਦੇ ਦਾ ਜਿਹੜਾ ਅੰਦਰ ਹੈ ਉਹਦੇ ਵਿੱਚ ਉਸ ਕਾਗਜ਼ ਵਰਗਾ ਥਿੰਦਾ ਆ ਜਾਂਦਾ ਹੈ, ਫਿਰ ਸੰਸਾਰ ਉਹਨੂੰ ਪਾਉਂਦਾ ਨਹੀਂ। ਮੈਂ ਸ਼ਬਦ ਇੱਕ ਸਾਂਝਾ ਕਰ ਰਿਹਾ ਸੀ ਕਿ ਇਸ ਸੰਸਾਰ ਦੇ ਅੰਦਰ ਚਿੱਕੜ ਹੈ ਤੇ ਅੱਗ ਹੈ, ਦੋ ਚੀਜ਼ਾਂ ਨੇ। ਪਾਣੀ ਦੇ ਵਿੱਚ ਜੀਵਨ ਗਲ ਗਿਆ ਤੇ ਅੱਗ ਦੇ ਨਾਲ ਜੀਵਨ ਸੜ ਗਿਆ ਹੈ। ਅੱਗ ਹੈ ਤ੍ਰਿਸ਼ਨਾ ਦੀ, ਤੇ ਪਾਣੀ ਜਿਹੜਾ ਹੈ, ਚਿੱਕੜ ਜਿਹੜਾ ਮੋਹ ਦਾ ਹੈ। ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀ ਅਲੇ, ਡੁੱਬ ਗਿਆ ਜੀਵਨ, ਉਹਦੇ ਵਿੱਚ ਫਸ ਗਿਆ। ਤੇ ਪਾਣੀ ਤੋਂ ਤਰਨ ਦਾ ਤਰੀਕਾ ਵੀ ਦੱਸਿਆ ਗੁਰੂ ਸਾਹਿਬ ਨੇ, ਅੱਗ ਤੋਂ ਬਚਣ ਦਾ ਤਰੀਕਾ ਵੀ ਦੱਸਿਆ। ਮੈਂ ਦੋਵੇਂ ਸਾਂਝੇ ਕਰਦੇ, ਕਿਉਂਕਿ ਅੱਜ ਦਾ ਸ਼ਬਦ ਹੈ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਵਿਥਾਰ ਦਾ ਮਤਲਬ ਹੈ ਮਨ ਨੂੰ ਉਹ ਸੰਸਾਰ ਵਿੱਚ ਨਹੀਂ ਫਸਾਉਂਦੇ, ਵੱਖਰਾ ਰੱਖਦੇ। ਇੱਥੇ ਪਾਣੀ ਵੀ ਹੈ, ਮੋਹ ਦਾ ਚਿੱਕੜ ਵੀ। ਪਾਣੀ ਤੋਂ ਪਾਰ ਲੰਘਣ ਵਾਸਤੇ ਕੀ ਚਾਹੀਦਾ ਹੈ? ਗੁਰੂ ਅਰਜਨ ਦੇਵ ਜੀ ਨੇ ਜਵਾਬ ਦਿੱਤਾ। ਅੱਗ ਤੋਂ ਕੌਣ ਬਚਦੇ ਨੇ ਤ੍ਰਿਸ਼ਨਾ ਦੀ ਤੋਂ? ਉਹ ਵੀ ਜਵਾਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੇ ਦਿੱਤਾ। ਪਾਣੀ ਤੋਂ ਵੈਸੇ ਲੰਘਣ ਦਾ ਤਰੀਕਾ ਤਾਂ ਬਿਲਕੁਲ ਸੌਖਾ ਹੈ। ਕਿਸੇ ਦਰਿਆ ਨੂੰ ਪਾਰ ਕਰਨਾ ਹੈ, ਦੋ ਚੀਜ਼ਾਂ ਕੰਮ ਦੇ ਸਕਦੀਆਂ, ਜਾਂ ਤੇ ਬੇੜੀ ਹੋਵੇ ਜਾਂ ਪੁਲ ਹੋਵੇ। ਪੁਲ ਕੰਮ ਦੇ ਸਕਦਾ। ਤਾਂ ਸਾਧ ਸੰਗਤ ਇੱਕ ਪੁਲ ਹੈ, ਜਿੱਥੋਂ ਤੁਸੀਂ ਇਸ ਪਾਣੀ ਤੋਂ ਪਾਰ ਲੰਘ ਸਕਦੇ ਹੋ। ਬੇੜੀ ਤਾਂ ਹੈ ਨਹੀਂ, ਬਹੁਤੇ ਲੋਕਾਂ ਵਾਸਤੇ ਕੀ ਹੈ? ਬੇੜੀ ਜਿਹੜੀ ਹੈ ਉਹ ਤੇ ਥੋੜੇ ਲੋਕਾਂ ਨੂੰ ਕੰਮ ਦਿੰਦੀ ਹੈ ਨਾ। ਉਹ ਬੇੜੀ ਦਾ ਵੀ ਜ਼ਿਕਰ ਕੀਤਾ ਬਾਣੀ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੁਖਮਣੀ ਸਾਹਿਬ ਵਿੱਚ ਕਿਰਪਾ ਕਰ ਰਹੇ ਨੇ ਕਿ ਜਿਉਂ ਪਾਖਾਨ ਨਾਵ ਚੜ ਤਰੈ, ਤਿਉਂ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜੇ ਤੂੰ ਇਸ ਪਾਣੀ ਤੋਂ ਪਾਰ ਜਾਣਾ ਹੈ ਤੇ ਤੈਨੂੰ ਸ਼ਬਦ ਦੀ ਬੇੜੀ ਚਾਹੀਦੀ। ਜੇ ਕੋਈ ਚਾਹਵੇ ਕਿ ਇੱਕ ਛੋਟਾ ਜਿਹਾ ਰੋੜਾ ਪਾਣੀ ਤੋਂ ਪਾਰ ਕਰਦਿਆਂ ਬਿਨਾਂ ਬੇੜੀ ਤੋਂ, ਤਾਂ ਉਹ ਤਾਂ ਛੋਟਾ ਜਿਹਾ 1 ਇੰਚ ਦਾ ਰੋੜਾ ਵੀ ਡੁੱਬ ਜਾਏਗਾ। ਤੇ ਜੇ ਵੱਡੇ ਵੱਡੇ ਪੱਥਰ ਹੋਣ ਤੇ ਬੇੜੀ ਮਿਲ ਜਾਓ, ਪੱਥਰ ਵੀ ਪਾਰ ਜਾ ਸਕਦੇ ਨੇ। ਫਿਰ ਪੱਥਰ ਵੀ ਪਾਰ ਹੋ ਜਾਂਦੇ ਨੇ। ਸਾਡਾ ਜੀਵਨ ਪੱਥਰਾਂ ਵਰਗਾ ਹੈ, ਤਾਂ ਉੱਥੇ ਤਾਂ ਇੱਕ ਛੋਟਾ ਜਿਹਾ ਰੋੜਾ ਵੀ ਨਹੀਂ ਤਰਦਾ। ਤਾਂ ਉਹਦੇ ਵਾਸਤੇ ਸ਼ਬਦ ਰੂਪੀ ਬੇੜੀ ਦੀ ਜ਼ਰੂਰਤ ਹੈ। ਪਾਣੀ ਹੈ, ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਸੁਰਤ ਡੁੱਬੀ ਪਈ ਹੈ। ਇਹਦੇ ਵਿੱਚੋਂ ਬਾਹਰ ਕੱਢਣ ਦਾ ਤਰੀਕਾ ਹਜ਼ੂਰ ਨੇ ਕਿਹਾ, ਜਿਉਂ ਪਾਖਾਨ, ਪਾਖਾਨ ਕਹਿੰਦੇ ਪੱਥਰ ਨੂੰ,
ਨਾਵ ਲੱਗ ਤਰੈ ਬੇੜੀ ਦੇ ਉੱਤੇ ਰੱਖ ਕੇ ਪਾਰ ਲੈ ਜਾਈਦਾ ਹੈ। ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਹੋਰ ਉਦਾਹਰਨਾਂ ਦਿੱਤੀਆਂ, ਬੜੇ ਬੜੇ ਉਦਾਹਰਨ ਨੇ ਗੁਰਬਾਣੀ ਦੇ ਵਿੱਚ, ਉਧਾਰ ਦੇ ਤਰੀਕੇ ਕਿਵੇਂ ਬੰਦੇ ਦਾ ਉਧਾਰ ਹੋਵੇ। ਪਹਿਲਾ ਉਦਾਹਰਨ ਦਿੱਤਾ, ਇੱਕ ਅੰਧਾ ਆਦਮੀ ਹੈ, ਸੁਣ ਅੰਧਾ ਕੈਸੇ ਮਾਰਗ ਪਾਵੇ। ਇੱਕ ਆਦਮੀ ਦੀਆਂ ਅੱਖਾਂ ਨਹੀਂ ਵਿਚਾਰੇ ਦੀਆਂ, ਤੇ ਉਹਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੈ, ਤੇ ਉਹਨੂੰ ਕਵੇ ਜੀ ਤੂੰ ਇਸ ਪਾਸੇ ਜਾਈ, ਇਧਰੋਂ ਦੀ ਮੋੜ ਹੈ, ਇਧਰ ਚਲਾ ਜਾਈ ਤੇ ਅੱਗੇ ਤੇਰਾ ਘਰ ਆ ਜਾਏਗਾ। ਕਿਵੇਂ ਜਾਏਗਾ? ਅੱਖ ਨਹੀਂ ਨਾ। ਉਹਦੇ ਵਾਸਤੇ ਤਰੀਕਾ ਕਿਹੜਾ ਹੈ? ਉਹਦੇ ਵਾਸਤੇ ਇੱਕ ਦੂਜਾ ਤਰੀਕਾ ਹੈ ਕਿ ਉਸ ਬੰਦੇ ਦੀ ਬਾਂਹ ਫੜ ਲਵੇ, ਤੇ ਬਾਂਹ ਫੜ ਕੇ ਉਹ ਆਦਮੀ ਜਿਹਦੀਆਂ ਅੱਖਾਂ ਹੈਣ, ਬਾਂਹ ਫੜ ਕੇ ਉਹਨੂੰ ਤੋੜ ਕੇ ਉਹਦੇ ਘਰ ਛੱਡ ਕੇ ਆਵੇ। ਸੁਣ ਅੰਧਾ ਕੈਸੇ ਮਾਰਗ ਪਾਵੇ। ਸੁਣ ਕੇ ਇੱਕ ਅੰਨਾ ਆਦਮੀ ਕਿਵੇਂ ਰਾਹ ਤੇ ਤੁਰ ਸਕਦਾ ਹੈ? ਉਹਦਾ ਤਰੀਕਾ ਹੈ ਕਰ ਗਹਿ ਲਿਓ। ਕਰ ਕਹਿੰਦੇ ਨੇ ਹੱਥ ਨੂੰ, ਗਹਿ ਲਿਓ ਦਾ ਅਰਥ ਫੜ ਲੈਣਾ ਚਾਹੀਦਾ। ਓੜ ਨਿਭਾਵੇ, ਓੜ ਕਹਿੰਦੇ ਨੇ ਤੋੜ ਤੱਕ, ਘਰ ਤੱਕ ਉਹਨੂੰ ਨਿਭਾਵੇ ਦਾ ਅਰਥ ਪਹੁੰਚਾਇਆ ਜਾ ਸਕਦਾ। ਆਦਮੀ ਧਰਮ ਦੇ ਮਾਰਗ ਤੇ ਬਿਲਕੁਲ ਅੰਨਾ ਹੈ, ਸਚਾਈ ਹੈ, ਦਿਸਦਾ ਨਹੀਂ ਕੁਝ। ਤਾਂ ਇੱਕ ਤੇ ਆਦਮੀ ਅੰਨਾ ਹੈ, ਦੂਸਰਾ ਬਾਂਹ ਨਹੀਂ ਫੜਾਉਣਾ ਚਾਹੁੰਦਾ। ਦੋ ਕਮੀਆਂ ਨੇ ਇਹਦੇ ਵਿੱਚ, ਇੱਕ ਤਾਂ ਅੱਖਾਂ ਨਹੀਂ, ਇੱਕ ਕਹਿੰਦਾ ਮੈਂ ਆਪ ਤੁਰਨਾ ਹੈ, ਮੈਂ ਨਹੀਂ ਬਾਂਹ ਫੜਾਉਣੀ ਆਪਣੇ ਗੁਰੂ ਨੂੰ। ਦੋ ਗਲਤੀਆਂ ਆ ਗਈਆਂ ਇਹਦੇ ਜੀਵਨ ਦੇ ਵਿੱਚ, ਇੱਕ ਅੱਖਾਂ ਕੋਈ ਨਹੀਂ, ਇੱਕ ਕਹਿੰਦਾ ਤੁਰਨਾ ਮੈਂ ਆਪ ਹੈ। ਫਿਰ ਤੇ ਖੂਹ ਵਿੱਚ ਡਿੱਗਣਾ, ਹੋਰ ਕਿੱਧਰ ਜਾਏਗਾ। ਤਾਂ ਗੁਰੂ ਨੂੰ ਬਾਂਹ ਫੜਾਉਣੀ ਚਾਹੀਦੀ ਹੈ। ਸੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗੈ ਲਿਹੂ ਓੜ ਨਿਭਾਵੇ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਡੋਰਾ ਦਾ ਅਰਥ ਹੈ ਜਿਸ ਆਦਮੀ ਨੂੰ ਸੁਰਤ ਨਹੀਂ ਹੈ, ਸੋਝੀ ਨਹੀਂ, ਜਿਹਨੂੰ ਪਤਾ ਨਹੀਂ ਰਾਤ ਕੀ ਹੈ ਦਿਨ ਕੀ ਹੈ। ਉਹਨੂੰ ਕਹੀਏ ਨਿਸ ਕਹੀਏ, ਜੇ ਉਹਨੂੰ ਕਹੀਏ ਰਾਤ ਹੈ ਤਾਂ ਉਹ ਸਮਝੇਗਾ ਭੋਰਾ, ਸਵੇਰਾ ਹੋ ਗਿਆ ਕਹਿ ਰਿਹਾ ਹੈ, ਸਮਝ ਨਹੀਂ ਆਉਂਦੀ। ਵੈਸੇ ਹੈ ਮਾਰਗ ਇਸੇ ਤਰ੍ਹਾਂ ਦਾ, ਸਚਾਈ ਹੈ। ਜੋ ਕੁਝ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਕਿਹਾ ਗਿਆ ਨਾ, ਸਾਡੇ ਵਾਸਤੇ ਤੇ ਇਸੇ ਤਰ੍ਹਾਂ ਹੀ ਹੈ ਜਿਵੇਂ ਇਸ਼ਾਰੇ ਜਿਹੇ ਕੀਤੇ ਗਏ ਨੇ। ਜੇ ਕੁਝ ਸਮਝ ਆ ਗਿਆ ਆ ਗਿਆ, ਨਹੀਂ ਤੇ ਨਹੀਂ ਸਮਝ ਆਇਆ। ਬਹੁਤਾ ਕੁਝ ਸਮਝ ਨਹੀਂ ਆਉਂਦਾ, ਔਰ ਇਸੇ ਕਰਕੇ ਆਪੋ ਆਪਣੇ ਅਰਥ ਕੱਢ ਲਏ ਲੋਕਾਂ ਨੇ। ਜਿਵੇਂ ਦਾ ਕਿਸੇ ਦਾ ਜੀਵਨ ਹੈ ਨਾ, ਉਹ ਗੁਰੂ ਦੇ ਅਰਥ ਉਸੇ ਤਰ੍ਹਾਂ ਦੇ ਕੱਢ ਲੈਂਦਾ ਹੈ, ਕਿਉਂਕਿ ਸਮਝ ਨਹੀਂ ਆਉਂਦੀ। ਬੜਾ ਔਖਾ ਹੈ ਸਮਝਣਾ ਇਸ ਚੀਜ਼ ਨੂੰ, ਬਹੁਤ ਔਖੀ ਗੱਲ ਹੈ। ਤਾਂ ਆਦਮੀ ਇਸ ਪੱਖ ਵਿੱਚ ਅੰਧਾ ਵੀ ਹੈ, ਉਹਦੇ ਕੰਨ ਵੀ ਨਹੀਂ ਧਰਮ ਦੇ ਮਾਮਲੇ ਵਿੱਚ, ਤੇ ਅੰਦਰੋਂ ਸਿਆਣਾ ਵੀ ਨਹੀਂ ਹੈ, ਕੁਝ ਵੀ ਨਹੀਂ ਉਹਦੇ ਕੋਲ। ਇਸ ਕਰਕੇ ਬੜੇ ਭੁਲੇਖੇ ਪੈਂਦੇ ਨੇ। ਜਦੋਂ ਕੋਈ ਪੈਗੰਬਰ ਆਉਂਦਾ ਹੈ, ਜਿਵੇਂ ਪਹਿਲਾਂ ਕਈ ਧਰਮ ਦੇ ਪੈਗੰਬਰ ਆਏ, ਉਹਨਾਂ ਨੇ ਜੋ ਕੁਝ ਕਿਹਾ ਸੀ, ਉਹਨਾਂ ਦੇ ਪਿੱਛੇ ਤੁਰਨ ਵਾਲਿਆਂ ਨੇ ਅਰਥ ਆਪਣੇ ਹੀ ਕੱਢ ਲਏ। ਅਸੀਂ ਵੀ ਉਹੀ ਕੰਮ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਝ ਹੈ, ਜੋ ਦਿੱਤਾ ਗਿਆ ਹੈ, ਉਹ ਸਾਰਾ ਉਸੇ ਤਰ੍ਹਾਂ ਅਸੀਂ ਉਹਦੀ ਵਿਆਖਿਆ ਨਹੀਂ ਕਰ ਰਹੇ, ਬਦਲ ਕੇ ਕਹਿ ਰਹੇ ਹਾਂ। ਬੜਾ ਕੁਝ ਬਦਲਿਆ ਜਾ ਰਿਹਾ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਾਂ ਵਿਸ਼ਨ ਪਦ ਗਾਵੇ ਗੁੰਗ। ਇੱਕ ਗੁੰਗੇ ਆਦਮੀ ਨੂੰ ਕਹੋ ਤੂੰ ਗੀਤ ਗਾ ਕੇ ਸੁਣਾ, ਕਿਵੇਂ ਗਾਏਗਾ? ਜ਼ੁਬਾਨ ਤਾਂ ਕੰਮ ਨਹੀਂ ਕਰਦੀ। ਕਹਾਂ ਵਿਸ਼ਨ ਪਦ ਗਾਵੇ ਗੁੰਗ, ਯਤਨ ਕਰੈ ਤੋ ਵੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ। ਇੱਕ ਬੰਦੇ ਦੇ ਪੈਰ ਨਹੀਂ, ਉਹ ਪਰਬਤ ਤੇ ਕਿਵੇਂ ਚੜੇਗਾ? ਇਹ ਹਾਲਤ ਹੈ ਬੰਦੇ ਦੀ ਧਾਰਮਿਕ ਮਾਰਗ ਦੇ ਉੱਤੇ, ਪੈਰ ਵੀ ਉਹਦੇ ਨਹੀਂ ਹਨ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਜਦੋਂ ਇਹ ਸਾਰੀਆਂ ਕਮਜ਼ੋਰੀਆਂ ਦਸੀਆਂ, ਬੰਦੇ ਦੀ ਕਮਜ਼ੋਰੀ ਦੱਸ ਦਿੱਤੀ, ਔਰ ਕਮਜ਼ੋਰੀ ਤਾਂ ਦਸੀ ਕਿ ਬੰਦੇ ਦਾ ਹੰਕਾਰ ਟੁੱਟ ਜਾਏ। ਕਿੱਥੇ ਬੰਦਾ ਮੰਨਦਾ ਮੈਂ ਕਮਜ਼ੋਰ ਹਾਂ ਧਰਮ ਦੇ ਮਾਮਲੇ ਵਿੱਚ? ਅੰਦਰ ਝਾਤੀ ਮਾਰ ਕੇ ਦੇਖੀਏ ਤੇ ਹਰ ਇੱਕ ਬੰਦਾ ਸਟਰੋਂਗ ਸਮਝਦਾ ਆਪਣੇ ਆਪ ਨੂੰ ਧਰਮ ਦੇ ਮਾਮਲੇ ਵਿੱਚ। ਮੈਂ ਠੀਕ ਚੱਲ ਰਿਹਾ, ਮੈਂ ਫਿਰ ਵੀ ਠੀਕ ਹਾਂ ਦੂਜਿਆਂ ਨਾਲੋਂ। ਔਰ ਇਹ ਜਿਹੜਾ ਸ਼ਬਦ ਹੈ ਨਾ, ਸੁਖਮਣੀ ਸਾਹਿਬ ਜੀ ਦਾ ਪਦਾ ਹੈ,
ਇਹਦੇ ਅੰਦਰ ਬੰਦੇ ਦੀ ਯਤੀਮ ਹਾਲਤ ਦਾ ਵਰਣਨ ਕੀਤਾ ਗਿਆ ਵੀ ਤੇਰੇ ਕੋਲ ਕੁਝ ਵੀ ਨਹੀਂ ਰੱਬ ਨੂੰ ਦੇਣ ਵਾਸਤੇ। ਬੜੇ ਛੋਟੇ ਨੇ ਤੇਰੇ ਜਪ ਤਪ, ਛੋਟੀ ਹੈ ਸੇਵਾ, ਛੋਟਾ ਹੈ ਦਾਨ, ਹੰਕਾਰ ਕਿਉਂ ਇੰਨਾ ਕਰਨਾ? ਇਹ ਜੋ ਕੁਝ ਤੂੰ ਕਰ ਰਿਹਾ ਇਹ ਕੰਮ ਨਹੀਂ ਆਏਗਾ ਉਸ ਰਾਹ ਤੇ। ਉਸ ਰਾਹ ਤੇ ਕੀ ਕੰਮ ਆਵੇਗਾ? ਅਖੀਰ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਕਹਿਣ ਲੱਗੇ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਕਿਰਪਾ ਦੁਆਰਾ ਤਰ ਸਕਦਾ ਹੈ, ਕਿਰਪਾ ਦੁਆਰਾ ਪਾਰ ਜਾ ਸਕਦਾ ਹੈ। ਇਸ ਕਰਕੇ ਕਹਿੰਦੇ ਨੇ ਪਾਣੀ ਔਰ ਅਗਨੀ ਹੈ ਸੰਸਾਰ ਵਿੱਚ। ਪਾਣੀ ਤੋਂ ਤਰਨਾ ਹੀ, ਮੋਹ ਦੇ ਚਿੱਕੜ ਤੋਂ ਤਰਨਾ ਹੀ, ਔਰ ਜੇ ਜੀਵਨ ਨੂੰ ਗਲਣ ਤੋਂ ਬਚਾਉਣਾ ਹੈ ਤੇ ਗੁਰੂ ਕੇ ਸ਼ਬਦ ਦੀ ਬੇੜੀ ਦੇ ਆਪਣੇ ਆਪੇ ਨੂੰ ਸਵਾਰ ਕਰ ਦੇ। ਦੂਸਰਾ ਹਿੱਸਾ ਹੈ ਅਗਨੀ। ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪਾਵਕ ਦੇ ਅਰਥ ਨੇ ਅੱਗ ਬਲਦੀ ਹੈ ਔਰ ਪਹਿਲੇ ਦਿਨ ਤੋਂ ਬੰਦੇ ਦਾ ਵਾਹ ਹੀ ਅੱਗ ਨਾਲ ਪਿਆ ਹੈ। ਗੁਰੂ ਅਮਰਦਾਸ ਜੀ ਨੇ ਤੇ ਦੋ ਤਰ੍ਹਾਂ ਦੀ ਅੱਗ ਦਾ ਜ਼ਿਕਰ ਵੀ ਕੀਤਾ ਹੈ। ਉਹ ਕਹਿੰਦੇ ਨੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਬਾਹਰ ਵੀ ਇੱਕ ਅੱਗ ਹੈ, ਅੰਦਰ ਵੀ ਇੱਕ। ਜਨਮ ਤੋਂ ਪਹਿਲਾਂ ਜਿਹੜੀ ਜਿਸ ਅੱਗ ਨੇ ਇਹਦੇ ਸਰੀਰ ਨੂੰ ਪਕਾਇਆ ਮਾਂ ਦੇ ਪੇਟ ਵਿੱਚ, ਉਹ ਅੰਦਰ ਦੀ ਅੱਗ ਹੈ। ਉਹਨੇ ਇਹਦੇ ਸਰੀਰ ਨੂੰ ਕੱਚਾ ਮਾਸ ਸੀ ਪਕਾ ਦਿੱਤਾ ਸੇਕ ਦੇ ਕੇ। ਕਹਿਣ ਲੱਗੇ ਤੈਸੀ ਬਾਹਰ ਮਾਇਆ। ਉਸੇ ਤਰ੍ਹਾਂ ਦੀ ਇੱਕ ਅੱਗ ਬਾਹਰ ਪਸਰੀ ਹੋਈ ਹੈ ਜਿਹੜੀ ਦਿਸਦੀ ਨਹੀਂ, ਇਹਦੀ ਤਸਵੀਰ ਨਹੀਂ ਲਈ ਜਾ ਸਕਦੀ। ਇੱਕ ਤਾਂ ਇਹ ਚੁੱਲ੍ਹੇ ਵਾਲੀ ਅੱਗ ਹੈ ਨਾ, ਦਿਸ ਪੈਂਦੀ, ਉਹ ਅੱਗ ਦਿਸਦੀ ਨਹੀਂ, ਮਨਾਂ ਵਿੱਚ ਅਦ੍ਰਿਸ਼ਟ ਹੈ। ਉਹਦੇ ਨਾਲ ਜੀਵਨ ਦਾ ਬਹੁਤਾ ਹਿੱਸਾ ਝੁਲਸ ਗਿਆ, ਸੜ ਗਿਆ। ਕੌਣ ਬਚੇ ਉਹਦੇ ਤੋਂ? ਉਸ ਅੱਗ ਤੋਂ ਕੌਣ ਬਚਿਆ? ਸਾਹਿਬ ਨੇ ਬਚਨ ਕੀਤੇ, ਕਹਿੰਦੇ ਜੰਗਲ ਨੂੰ ਲੱਗ ਗਈ ਅੱਗ, ਸੁੱਕੇ ਕੱਖਾਂ ਨੂੰ ਲੱਗ ਗਈ, ਸੁੱਕੀਆਂ ਲੱਕੜਾਂ ਨੂੰ ਲੱਗ ਗਈ, ਤੇ ਉਸ ਅੱਗ ਨੇ ਜੰਗਲ ਨੂੰ ਸਾੜ ਕੇ ਰੱਖ ਦਿੱਤਾ। ਜਿਹੜੇ ਸੁੱਕੇ ਸਨ ਉਹ ਵੀ ਸੜ ਗਏ ਤੇ ਜਿਹੜੇ ਹਰੇ ਸਨ ਉਹ ਵੀ ਵਿੱਚ ਹੀ ਸੜ ਗਏ। ਸੰਸਾਰ ਦੀ ਅੱਗ ਇਸ ਤਰ੍ਹਾਂ ਦੀ ਹੈ। ਕੁਝ ਰੁੱਖ ਸੁੱਕੇ ਪਏ ਸਨ ਉਹ ਤਾਂ ਸੜ ਹੀ ਗਏ, ਸਵਾਹ ਬਣ ਗਏ। ਜਿਹੜੇ ਹਰੇ ਸਨ ਉਹ ਵੀ ਵਿਚਾਰੇ ਸੜ ਗਏ। ਉੱਥੇ ਇੰਜ ਲੱਗਦਾ ਸੀ ਕਿ ਸ਼ਮਸ਼ਾਨ ਘਾਟ ਹੈ। ਹੁਣ ਕੋਈ ਜੰਗਲ ਨਹੀਂ, ਹੁਣ ਕੋਈ ਬਾਗ ਨਹੀਂ, ਹੁਣ ਕੋਈ ਰੁੱਖ ਨਹੀਂ ਉਗੇਗਾ, ਹੁਣ ਕੋਈ ਫੁੱਲ ਨਹੀਂ ਲੱਗੇਗਾ, ਕੋਈ ਹਰਿਆਵਲ ਨਹੀਂ ਆਵੇਗੀ। ਪਰ ਉੱਥੇ ਫਿਰ ਇੱਕ ਘਟਨਾ ਵਾਪਰੀ। ਕਿਤੇ ਰੱਜ ਕੇ ਬਾਰਿਸ਼ ਹੋਈ। ਜਿਹੜੇ ਸੁੱਕੇ ਰੁੱਖ ਸਨ, ਜਿਨ੍ਹਾਂ ਦੀਆਂ ਜੜ੍ਹਾਂ ਸੁੱਕ ਗਈਆਂ ਸਨ, ਉਹ ਤੇ ਪਰਤ ਕੇ ਨਹੀਂ ਉੱਗੇ, ਪਰ ਜਿਹੜੇ ਹਰੇ ਸੜ ਗਏ ਸਨ ਉਹਨਾਂ ਦੀਆਂ ਜੜ੍ਹਾਂ ਜ਼ਮੀਨ ਵਿੱਚ ਬਚੀਆਂ ਹੋਈਆਂ ਸਨ। ਜਦੋਂ ਬਾਰਿਸ਼ ਪਈ ਉਸ ਮੀਂਹ ਦੇ ਨਾਲ ਉਹ ਹਰੇ ਬੂਟੇ ਫਿਰ ਜਿਹੜੇ ਸਨ ਬਾਹਰੋਂ ਸੜ ਗਏ ਸਨ ਸਾਰੇ ਅੱਗ ਨਾਲ, ਅੰਦਰੋਂ ਫਿਰ ਨਵੇਂ ਸੜੂ ਫੁੱਟ ਪਏ ਉਹਨਾਂ ਵਿੱਚ। ਅੰਦਰੋਂ ਫਿਰ ਉਹਨਾਂ ਵਿੱਚ ਨਵੀਨਤਾ ਆ ਗਈ, ਫਿਰ ਉਹਨਾਂ ਦੇ ਪੱਤੇ ਨਿਕਲਣੇ ਸ਼ੁਰੂ ਹੋ ਗਏ। ਇਸ ਲਈ ਜਦੋਂ ਸੰਸਾਰ ਰੂਪੀ ਜੰਗਲ ਵੱਲ ਝਾਤੀ ਮਾਰਨੇ ਆ ਤਾਂ ਬਹੁਤਿਆਂ ਦੀਆਂ ਤੇ ਜੜ੍ਹਾਂ ਜਿਹੜੀਆਂ ਨੇ ਉਹ ਵੀ ਸੁੱਕ ਚੁੱਕੀਆਂ, ਸੁੱਕੇ ਰੁੱਖਾਂ ਵਰਗੀਆਂ। ਪਰ ਕੁਝ ਹਰੇ ਹੈਣ ਵਿੱਚ ਜਿਹੜੇ ਜੁੜੇ ਹੋਏ ਨੇ। ਪਰ ਜਦੋਂ ਇਹ ਅੱਗ ਲੱਗਦੀ ਹੈ ਨਾ, ਅੱਗ ਤੇ ਲੱਗਦੀ ਉਹਨਾਂ ਨੂੰ ਜਿਹੜੇ ਸੁੱਕ ਗਏ ਤੇ ਨਾਲ ਹਰੇ ਵੀ ਸੜ ਜਾਂਦੇ, ਸਾੜ ਦਿੰਦੇ ਨੇ। ਸੁੱਕੇ ਰੁੱਖ ਹਰਿਆਂ ਨੂੰ ਸਾੜਦੇ ਨੇ ਤਕਰੀਬਨ। ਤੁਸੀਂ ਵੇਖੋਗੇ ਇੱਕ ਪਰਿਵਾਰ ਦੇ 4-5 ਮੈਂਬਰ ਨੇ, 7 ਮੈਂਬਰ ਨੇ, ਇੱਕ ਦੋ ਵਿੱਚੋਂ ਚਾਹੁੰਦਾ ਵੀ ਹਰਾ ਹੋ ਜਾ, ਪਰ ਰੋਜ਼ ਲਾਟਾਂ ਨਿਕਲਦੀਆਂ ਨੇ ਵਿੱਚੋਂ ਕਲ ਕਲੇਸ਼ ਦੀਆਂ, ਉਸ ਹਰੇ ਨੂੰ ਵੀ ਝੁਲਸਾ ਕੇ ਰੱਖ ਦਿੰਦੀਆਂ ਨੇ, ਉਹਦੇ ਵੀ ਪੱਤੇ ਸੜ ਜਾਂਦੇ ਨੇ। ਪਰ ਫਰਕ ਬਹੁਤ ਹੈ, ਜਿਹੜੇ ਸੁੱਕੇ ਹੋਏ ਨੇ ਉਹ ਪਰਤ ਕੇ ਹਰੇ ਨਹੀਂ ਹੋਣਗੇ, ਤੇ ਜਿਹੜੇ ਜਿਨ੍ਹਾਂ ਦੀਆਂ ਜੜ੍ਹਾਂ ਲੱਗੀਆਂ ਨੇ ਨਾਮ ਦੇ ਵਿੱਚ, ਸਮੇਂ ਵਿੱਚ ਭਾਵੇਂ ਸੜ ਵੀ ਗਏ, ਵਕਤ ਆਏਗਾ ਫਿਰ ਹਰੇ ਹੋ ਜਾਣਗੇ। ਉਹਨਾਂ ਵਿੱਚ ਸੰਭਾਵਨਾ ਹੈ। ਇਸ ਲਈ ਗੁਰੂ ਸਾਹਿਬ ਨੇ ਬਚਨ ਕੀਤਾ, ਉਹ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ। ਦਾਵਾ ਅਗਨ ਕਹਿੰਦੇ ਜੰਗਲ ਦੀ ਅੱਗ ਨੂੰ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਤ੍ਰਿਣ ਕਹਿੰਦੇ ਸੁੱਕੇ ਘਾਹ ਨੂੰ।
कोई हरिया बूट रहो नहीं, ਜਿਹੜਾ हरा सी बूटा वो विचों बच गया, ਉਹਦੀ बचत हो गई। इस करके कौन बचे? ਸਾਹਿਬ ਕਹਿੰਦੇ इस अग ते पानी तो बच गए जिन्हां नूं बेड़ी मिल गई, और जिन्हां दी जड़ हरी सी। भईले निवासा पानी पावक तिन्हां किया, पंकज मोह पग नहीं चालै, हम देखा तह डूबी अले, मन एक ना चेत समूढ़ मना, हर बिसरत तेरे गुण गलिया। हुण दस दिता भी सारा कुछ क्यों वापरदा। अकाल पुरख वाहिगुरू दे विसरन दे नाल जीवन इत्थे गल जांदे ने। ਉਹ ਕਾਗਜ਼ बचे ਜਿਹੜੇ ਘਿਓ ਵਿੱਚ ਰਚੇ ਹੋਏ ਸਨ, ਉਹ ਹੀ ਜੀਵਨ ਇਥੋਂ ਬਚ ਜਾਂਦੇ ਨੇ ਜਿਹੜੇ ਨਾਮ ਰੂਪੀ ਘਿਓ ਵਿੱਚ ਆਪਣੇ ਜੀਵਨ ਨੂੰ ਇੱਕ-ਮਿਕ ਕਰ ਦਿੰਦੇ ਨੇ। ਇਸ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅੱਜ ਦੇ ਇਹਨਾਂ 2 ਸ਼ਲੋਕਾਂ ਵਿੱਚ ਇਹ ਕਿਰਪਾ ਕਰ ਰਹੇ ਨੇ। ਜਿੰਨੀ ਚੱਲਣ ਜਾਣਿਆ, ਚੱਲਣ ਦਾ ਮਤਲਬ ਜਾਣਾ, ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਇੱਥੋਂ ਚਲੇ ਜਾਣਾ ਹੈ, ਇਹ ਸੰਸਾਰ ਸਰਾਂ ਵਰਗਾ ਹੈ, ਇੱਥੋਂ ਤੁਰ ਜਾਣਾ ਹੈ, ਉਹ ਇੱਕ ਵੈਰਾਗ ਵਿੱਚ ਰਹਿੰਦੇ। ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ। ਜਿਨ੍ਹਾਂ ਨੇ ਸੰਸਾਰ ਨੂੰ ਨਾਸ਼ਮਾਨ ਸਮਝ ਲਿਆ ਕਿ ਇੱਥੇ ਸਦੀਵ ਕਾਲ ਵਾਸਤੇ ਕਦੀ ਕੋਈ ਰਿਹਾ ਨਹੀਂ, ਤਾਂ ਇੱਕ ਵੈਰਾਗ ਦਾ ਝਟਕਾ, ਵੈਰਾਗ ਦੀ ਅੱਗ ਉਹਨਾਂ ਦੇ ਜੀਵਨ ਵਿੱਚ ਲੱਗੇਗੀ। ਮੌਤ ਦੀ ਯਾਦ ਤੋਂ ਬਿਨਾਂ ਰੱਬ ਨੂੰ ਚੇਤੇ ਕਰਨਾ ਬਹੁਤ ਮੁਸ਼ਕਿਲ ਹੈ, ਆਦਮੀ ਨਹੀਂ ਕਰ ਸਕਦਾ। ਕੋਈ ਡਰ ਚਾਹੀਦਾ ਉਹਨੂੰ। ਰੱਬ ਨੂੰ ਚੇਤੇ ਕਰਨ ਵਾਸਤੇ ਕਿਸੇ ਭੈ ਦੇ ਪ੍ਰੈਸ਼ਰ ਦੇ ਥੱਲੇ ਆਦਮੀ ਨੂੰ ਲਿਆਉਣਾ ਪੈਂਦਾ, ਨਹੀਂ ਤੇ ਕੋਈ ਨਹੀਂ ਕਰਦਾ। ਮੌਤ ਹੀ ਯਾਦ ਦਿਵਾਉਂਦੀ, ਦੁੱਖ ਹੀ ਯਾਦ ਦਿਵਾਉਂਦਾ ਹੈ। ਤਾਂ ਜਿਨ੍ਹਾਂ ਨੇ ਸੰਸਾਰ ਨੂੰ ਵੇਖਿਆ ਕਿ ਨਾਸ਼ਮਾਨ ਹੈ, ਇੱਕ ਸਰੀਰ ਆਉਂਦਾ ਹੈ, ਉਮਰ ਭਾਵੇਂ ਥੋੜੀ ਹੈ, ਗੁਰੂ ਨਾਨਕ ਸਾਹਿਬ ਦੇ ਅੱਗੇ ਬੈਠ ਜਾਂਦਾ ਹੈ, ਕੀਰਤਨ ਹੋ ਰਿਹਾ ਹੈ, ਸੁਣਦਾ ਹੈ। 1-2 ਘੰਟਾ ਕੀਰਤਨ ਹੁੰਦਾ ਹੈ। ਕੀਰਤਨ ਗੁਰੂ ਸਾਹਿਬ ਬੰਦ ਕਰ ਦਿੰਦੇ, ਭਾਈ ਮਰਦਾਨਾ ਜੀ ਰਬਾਬ ਰੱਖ ਦਿੰਦੇ ਨੇ, ਪਰ ਕੀ ਵੇਖਦੇ ਨੇ? ਉਹ 12-14 ਸਾਲ ਦਾ ਸਰੀਰ ਉਸੇ ਤਰ੍ਹਾਂ ਬੈਠਾ ਹੋਇਆ ਹੈ, ਹਿੱਲਦਾ ਨਹੀਂ, ਜਿਵੇਂ ਕੋਈ ਬੜਾ ਬਜ਼ੁਰਗ ਬੈਠਾ ਹੋਇਆ ਹੈ। ਭਾਈ ਮਰਦਾਨਾ ਜੀ ਪੁੱਛਦੇ, ਮਹਾਰਾਜ ਬੱਚਾ ਹੈ, ਇੰਨਾ ਮਗਨ ਹੋ ਕੇ ਬੈਠਿਆ ਹੈ ਕਿ ਹਿੱਲਦਾ ਹੀ ਨਹੀਂ, ਤੇ ਅਸੀਂ ਕੀਰਤਨ ਵੀ ਸਮਾਪਤ ਕਰ ਦਿੱਤਾ, ਫਿਰ ਵੀ ਉਸੇ ਤਰ੍ਹਾਂ ਧਿਆਨ ਵਿੱਚ ਮਗਨ ਹੈ। ਕੀ ਕਾਰਨ ਹੈ? ਤਾਂ ਜਦੋਂ ਉਹਦੀਆਂ ਅੱਖਾਂ ਖੋਲੀਆਂ, ਹਜ਼ੂਰ ਦੇ ਚਰਨਾਂ ਤੇ ਨਮਸਕਾਰ ਕੀਤੀ, ਸਤਿਗੁਰਾਂ ਨੇ ਪੁੱਛਿਆ ਕਿ ਬੇਟਾ ਇੱਥੇ ਤਾਂ ਬਜ਼ੁਰਗਾਂ ਤੋਂ ਵੀ ਨਹੀਂ ਟਿਕਿਆ ਜਾਂਦਾ, ਉਹ ਵੀ ਵਿਚਾਰੇ ਤਾਸ਼ ਖੇਡਦੇ ਫਿਰਦੇ ਨੇ ਚੌਂਕ ਤੇ ਬੈਠ ਕੇ, ਤੇਰੇ ਵਿੱਚ ਕਿਵੇਂ ਸਮਝ ਆ ਗਈ? ਤੇਰੇ ਵਿੱਚ ਕਿਵੇਂ ਫਰਕ ਪੈ ਗਿਆ ਵੀ ਤੂੰ ਸਾਰਾ ਕੀਰਤਨ ਇੱਕ ਥਾਂ ਤੇ ਬੈਠਾ ਰਿਹਾ? ਇਹ ਤਾਂ ਬੜੀ ਮੁਸ਼ਕਲ ਗੱਲ ਹੈ। ਤਾਂ ਉਹਨੇ ਆਪਣੀ ਵਿਆਖਿਆ ਦੱਸੀ ਵੀ ਇਹ ਕਿਉਂ ਵਾਪਰਿਆ। ਉਹਨੇ ਕਿਹਾ, ਸਤਿਗੁਰੂ ਇਹ ਕਾਰਨ ਮੈਂ ਤਾਂ ਇੰਨਾ ਟਿਕਿਆ ਕਿਉਂਕਿ ਮੈਂ ਮੌਤ ਵੇਖ ਲਈ ਹੈ, ਮੈਂ ਮੌਤ ਵੇਖੀ ਇਸ ਕਰਕੇ ਟਿਕ ਗਿਆ, ਨਹੀਂ ਤੇ ਕਿੱਥੇ ਟਿਕਦਾ। ਕਿਵੇਂ ਵੇਖਿਆ? ਘਟਨਾ ਦੱਸੀ। ਕਹਿਣ ਲੱਗਾ ਭੁੱਖ ਲੱਗੀ ਸੀ, ਮਾਂ ਨੂੰ ਕਿਹਾ ਪ੍ਰਸ਼ਾਦਾ ਪਕਾਓ, ਉਹਨੇ ਪ੍ਰਬੰਧ ਕਰ ਲਿਆ, ਲੱਕੜਾਂ ਰੱਖੀਆਂ ਚੁੱਲ੍ਹ ਦੇ ਕੋਲ, ਤਵਾ ਰੱਖ ਦਿੱਤਾ, ਆਟਾ ਗੁੰਨ ਲਿਆ ਤੇ ਪ੍ਰਸ਼ਾਦੇ ਪਕਾਉਣ ਲੱਗੀ, ਮੈਂ ਕੋਲ ਬੈਠ ਗਿਆ। ਫਿਰ ਕੀ ਹੋਇਆ? ਕਹਿਣ ਲੱਗੇ ਲੱਕੜਾਂ ਰੱਖੀਆਂ ਪਰ ਲੱਕੜਾਂ ਨੂੰ ਅੱਗ ਨਹੀਂ ਸੀ ਫੜ ਰਹੀ। ਮਾਂ ਨੇ ਬਹੁਤ ਯਤਨ ਕੀਤਾ, ਲੱਕੜਾਂ ਨੂੰ ਅੱਗ ਨੇ ਫੜਿਆ ਨਹੀਂ। ਮੈਂ ਸਭ ਕੁਝ ਵੇਖ ਰਿਹਾ ਸਾਂ, ਭੁੱਖ ਵੀ ਲੱਗੀ ਹੋਈ ਸੀ। ਫਿਰ ਮਾਤਾ ਨੇ ਇੱਕ ਉਪਰਾਲਾ ਕੀਤਾ, ਬਾਹਰੋਂ ਜਾ ਕੇ ਛੋਟੀਆਂ ਛੋਟੀਆਂ ਤੀਲੇ ਲੈ ਕੇ ਆਈ, ਛੋਟੀਆਂ ਲੱਕੜਾਂ ਲੈ ਕੇ ਆਈ,
ਉਹ ਛੋਟੀਆਂ ਲੱਕੜਾਂ ਚੁੱਲ੍ਹ ਵਿੱਚ ਰੱਖੀਆਂ, ਫਿਰ ਅੱਗ ਲਾਈ ਤੇ ਛੋਟੀਆਂ ਨੂੰ ਇੱਕਦਮ ਲੱਗ ਗਈ। ਤਾਂ ਸਤਿਗੁਰੂ ਕਹਿੰਦੇ ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ, ਇਹ ਤਾਂ ਸਾਰਿਆਂ ਨੂੰ ਪਤਾ ਵੀ ਛੋਟੀਆਂ ਲੱਕੜਾਂ। ਕਹਿਣ ਲੱਗੇ ਪਰ ਮੇਰਾ ਧਿਆਨ ਸਤਿਗੁਰੂ ਇਸ ਗੱਲ ਵੱਲ ਚਲਾ ਗਿਆ ਕਿ ਅੱਗ ਨੇ ਵੱਡੀਆਂ ਨੂੰ ਨਹੀਂ ਫੜਿਆ, ਵੱਡੀਆਂ ਨੂੰ ਅੱਗ ਨਹੀਂ ਲੱਗੀ, ਛੋਟੀਆਂ ਨੂੰ ਪਹਿਲਾਂ ਲੱਗ ਗਈ। ਇਸ ਕਰਕੇ ਕੀ ਪਤਾ ਮੌਤ ਪਹਿਲਾਂ ਛੋਟਿਆਂ ਦੀ ਆ ਜਾਏ ਤੇ ਮੇਰੀ ਉਮਰ ਬੜੀ ਘੱਟ ਹੈ, ਕਿਤੇ ਮੇਰੀ ਮੌਤ ਪਹਿਲਾਂ ਆ ਜਾਏ। ਮੈਨੂੰ ਦਿਸ ਪਿਆ ਮੇਰਾ ਸ਼ਮਸ਼ਾਨ ਘਾਟ, ਭੁੱਖ ਉੱਡ ਗਈ, ਕਿਸੇ ਚਿੰਤਾ ਵਿੱਚ, ਕਿਸੇ ਖੋਜ ਵਿੱਚ ਲੱਗ ਪਿਆ, ਇਸ ਮੌਤ ਨੂੰ ਕਿਵੇਂ ਖਤਮ ਕੀਤਾ ਜਾਏ। ਧਾਰਮਿਕ ਬੰਦੇ ਦੀ ਮੰਜ਼ਿਲ ਹੀ ਇਹ ਹੈ ਅਸਲ ਵਿੱਚ। ਧਾਰਮਿਕ ਆਦਮੀ ਦੀ ਮੰਜ਼ਿਲ ਜਿਹੜੀ ਹੈ ਨਾ, ਉਹ ਇੱਥੇ ਜਾ ਕੇ ਖਤਮ ਹੁੰਦੀ ਕਿ ਮੌਤ ਤੋਂ ਪਾਰ। ਉਦੋਂ ਪਹਿਲਾਂ ਉਹ ਕਾਮਯਾਬ ਨਹੀਂ ਹੋਇਆ। ਤਾਂ ਮੈਂ ਇਸ ਖੋਜ ਵਿੱਚ ਸੀ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਮ੍ਰਿਤਿਉ ਤੋਂ, ਮੌਤ ਤੋਂ ਪਾਰ ਲੈ ਜਾਂਦੀ, ਜਿਹਨੂੰ ਅੰਮ੍ਰਿਤ ਕਹਿੰਦੇ ਨੇ। ਤਾਂ ਮੈਂ ਖੋਜਦਾ ਰਿਹਾ ਕਈ ਥਾਵਾਂ ਤੋਂ, ਨਹੀਂ ਮਿਲੇ, ਬੜੇ ਸੰਨਿਆਸੀਆਂ ਨੂੰ ਮਿਲਿਆ। ਪਰ ਅੱਜ ਮੈਂ ਮੱਝਾਂ ਚਾਰਦਾ ਇੱਧਰ ਆਇਆ ਤੇ ਤੁਹਾਡੀ ਇਹ ਆਵਾਜ਼ ਮੇਰੇ ਕੰਨੀ ਪਈ। ਜਦੋਂ ਅੰਦਰ ਮੇਰੇ ਆਵਾਜ਼ ਗਈ ਨਾ, ਉਸ ਆਵਾਜ਼ ਨੇ ਮੈਨੂੰ ਮਹਿਸੂਸ ਕਰਾਇਆ ਵੀ ਇਹ ਆਵਾਜ਼ ਨਹੀਂ ਖਤਮ ਹੋਵੇਗੀ, ਇਹ ਰਹਿਣ ਵਾਲੀ ਚੀਜ਼ ਹੈ, ਬਾਕੀ ਤੇ ਸਾਰਾ ਕੁਝ ਸੜਦਾ ਜਾ ਰਿਹਾ। ਇਹ ਇੱਕ ਅਭਿਆਸ ਹੈ। ਬੁੱਧ ਜਿਹੜੇ ਹੋਏ ਨੇ, ਮਹਾਤਮਾ ਬੁੱਧ ਜਿਨ੍ਹਾਂ ਨੂੰ ਕਹਿੰਦੇ, ਉਹਨਾਂ ਕੋਲ ਜਿਹੜੇ ਚੇਲੇ ਆਉਂਦੇ ਸੀ ਨਾ, ਸ਼ਾਗਿਰਦ, ਭਿਕਸ਼ੂ ਜਿਨ੍ਹਾਂ ਨੂੰ ਕਹਿੰਦੇ ਨੇ, ਜਦੋਂ ਸਿੱਖਣ ਵਾਸਤੇ ਆਉਂਦੇ ਸੀ ਵੀ ਕਿਵੇਂ ਧਿਆਨ ਲਾਉਣਾ, ਉਹ ਕਹਿੰਦੇ ਨੇ ਕਿਵੇਂ ਲੱਗੇਗਾ, ਤਾਂ ਉਹ ਉਹਨਾਂ ਨੂੰ ਪਹਿਲਾਂ ਭੇਜ ਦਿੰਦੇ ਸਨ ਗਿਆ ਦੇ ਵਿੱਚ, ਜਿੱਥੇ ਉਹ ਰਹਿੰਦੇ ਸਨ ਨਾਲ ਦੇ ਪਾਸੇ ਸ਼ਹਿਰ ਦਾ ਸ਼ਮਸ਼ਾਨ ਘਾਟ ਸੀ। ਉੱਥੇ ਇੱਕ ਥਾਂ ਬਣਾਈ ਹੋਈ ਸੀ ਉਹਨਾਂ ਨੇ। ਨਵੇਂ ਭਿਕਸ਼ੂਆਂ ਨੂੰ 1 ਮਹੀਨਾ ਸ਼ਮਸ਼ਾਨ ਘਾਟ ਵਿੱਚ ਰਹਿਣਾ ਪੈਂਦਾ ਸੀ ਤੇ ਵੱਡਾ ਸ਼ਹਿਰ, 1-2 ਮੁਰਦਾ ਹਰ ਰੋਜ਼ ਸੜਦਾ ਸੀ। ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਜਦੋਂ ਇਹਨਾਂ ਦੀ ਸੀੜੀ ਨੂੰ ਅੱਗ ਲਾਈ ਜਾਏਗੀ, ਲੋਕ ਚਲੇ ਜਾਣਗੇ ਤੇ ਤੁਸੀਂ ਉਹਦੇ ਵੱਲ ਇੱਕ ਟੱਕ ਧਿਆਨ ਲਾ ਕੇ ਵੇਖਣਾ ਉਹਦਾ ਸਰੀਰ ਕਿਵੇਂ ਸੜਦਾ ਹੈ। ਤਾਂ ਜਦੋਂ 10-15 ਦਿਨ ਪ੍ਰਯੋਗ ਕਰਦੇ, ਧਿਆਨ ਦੁਆਰਾ ਉਹਨਾਂ ਨੂੰ ਪ੍ਰਤੀਤ ਹੋਣ ਲੱਗ ਪੈਂਦਾ ਵੀ ਸਾਡਾ ਵੀ ਸਰੀਰ ਸੜ ਜਾਏਗਾ, ਅਸੀਂ ਵੀ ਸੜ ਜਾਣਾ, ਖਤਮ ਹੋ ਜਾਏਗਾ। ਤਾਂ ਜਦੋਂ ਘਬਰਾ ਕੇ, ਬਖਲਾ ਕੇ ਬੁੱਧ ਦੇ ਕੋਲ ਆਉਂਦੇ, ਘਬਰਾਏ ਹੋਏ, ਉੱਥੇ ਲੈ ਕੇ ਆਉਂਦੇ ਉਹਨਾਂ ਨੂੰ, ਤਾਂ ਉਹ ਕਹਿੰਦੇ ਇਹ ਤਾਂ ਸਾਰਾ ਕੁਝ ਸੜੀ ਜਾ ਰਿਹਾ ਹੈ, ਕਿਉਂਕਿ 1 ਮਹੀਨਾ ਅੱਗ ਵੇਖੀ, 1 ਮਹੀਨਾ ਸੜਦਾ ਵੇਖਿਆ ਸਰੀਰ ਨੂੰ। ਤਾਂ ਜਦੋਂ ਬਹੁਤਾ ਘਬਰਾ ਜਾਂਦੇ ਤੇ ਫਿਰ ਜਿਹੜੇ ਮਹਾਤਮਾ ਬੁੱਧ ਨੇ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਦਿਖਾਉਂਦੇ, ਧੀਰਜ ਦੇ ਦਿੰਦੇ, ਨਹੀਂ ਸਾਰਾ ਕੁਝ ਨਹੀਂ ਸੜੇਗਾ, ਤੁਹਾਡੇ ਅੰਦਰ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਜਿਹਨੂੰ ਅੱਗ ਨਹੀਂ ਸਾੜ ਸਕਦੀ, ਉਹਦੀ ਖੋਜ ਕਰੋ, ਉਹਨੂੰ ਲੱਭੋ, ਬਾਕੀ ਆਪੇ ਹੀ ਛੁੱਟ ਜਾਂਦਾ ਸੀ। ਹੁਣ ਕਿਹੜੇ ਅਭਿਆਸ ਨੇ, ਤੇ ਫਾਰਮੈਲਿਟੀਜ਼ ਹੈ ਸਾਰਾ ਕੁਝ। ਸਰੀਰ ਵਿੱਚ ਤੇ ਬੰਦਾ ਗੜੁੰਦਿਆ ਪਿਆ ਹੈ, ਦੇਹ ਅਧਿਆਸ ਵਿੱਚ ਸਰੀਰ ਨਾਲ ਤੇ ਫਸਿਆ ਹੋਇਆ, ਸਰੀਰ ਦੇ ਵਿੱਚ ਉਹਦੀ ਸੁਰਤ ਘੁਲੀ ਪਈ ਹੈ, ਉਹਦੇ ਵਿੱਚੋਂ ਤੇ ਇੱਕ ਪਲ ਵਾਸਤੇ ਵੀ ਬਾਹਰ ਨਹੀਂ ਨਿਕਲਦੀ। ਤੇ ਕਾਹਦਾ ਧਿਆਨ, ਕਾਹਦਾ ਸ਼ਬਦ, ਕੀ ਅਭਿਆਸ ਹੈ। ਤਾਂ ਉਹ ਕਾਮਯਾਬ ਹੋ ਜਾਂਦੇ। ਤਾਂ ਉਸ ਬੱਚੇ ਨੇ ਕਿਹਾ ਮੈਨੂੰ ਮੌਤ ਦਿਸੀ, ਅੱਜ ਜਦੋਂ ਸ਼ਬਦ ਸੁਣਿਆ, ਇਦੋਂ ਪਹਿਲਾਂ ਮੈਂ ਸਮਝਦਾ ਰਿਹਾ ਕੁਝ ਨਹੀਂ, ਇੱਥੇ ਸਭ ਕੁਝ ਸੜ ਜਾਏਗਾ। ਸਤਿਗੁਰੂ ਅੱਜ ਪਤਾ ਲੱਗਾ ਇੱਕ ਚੀਜ਼ ਰਹਿ ਜਾਏਗੀ, ਉਹਨੂੰ ਕਹਿੰਦੇ ਨੇ ਨਾਮ। ਹਜ਼ੂਰ ਨੇ ਨੇੜੇ ਬੁਲਾਇਆ, ਪੁੱਛਿਆ ਨਾਮ ਕੀ? ਕਹਿਣ ਲੱਗੇ ਬੂੜਾ ਹੈ। ਕਹਿਣ ਲੱਗੇ ਬੂੜਾ ਨਹੀਂ, ਤੂੰ ਤੇ ਬੁੱਢਾ ਹੈ। ਉਥੋਂ ਨਾਮ ਪਿਆ ਬਾਬਾ ਬੁੱਢਾ ਸਾਹਿਬ। ਸਿੱਖੀ ਦੀ ਹੱਦ ਸ਼ੁਰੂ ਹੋ ਗਈ, ਆਰੰਭਤਾ ਸ਼ੁਰੂ ਹੋ ਗਈ। ਨੇੜੇ ਬੁਲਾਇਆ ਤੇ ਸਿਰ ਤੇ ਰੱਖਿਆ ਹੱਥ ਤੇ, ਕਿਹਾ ਕਹੋ ਵਾਹਿਗੁਰੂ। ਸਾਰਾ ਸਰੀਰ ਜਿਉਂਦਾ ਕਰ ਦਿੱਤਾ। ਜਿਹੜਾ ਸਰੀਰ ਦਿਸਦਾ ਸੀ ਮੌਤ ਦਾ ਸ਼ਿਕਾਰ ਹੈ, ਹੁਣ ਲੱਗਦਾ ਬਾਬੇ ਬੁੱਢੇ ਨੂੰ ਨਹੀਂ, ਮੇਰੇ ਅੰਦਰ ਉਹ ਵੀ ਕੋਈ ਸਰੀਰ ਹੈ ਜਿਹਨੂੰ ਮੌਤ ਨਹੀਂ ਮਾਰ ਸਕਦੀ।
गुर का बचन बसै जी नाले, जल नहीं डूबै तस्कर नहीं लेवै, भाहे ना साकै जाले, जिन्हां ने चलन जान लिया है। फिर साहब कहंदे से क्यों करहैं विथार। विथार दा मतलब है ਉਹ ਆਪਣੀ ਜ਼ਿੰਦਗੀ ਦੇ ਖਿਲਾਰਿਆਂ ਦੇ ਵਿੱਚ ਮਨ ਨੂੰ ਨਹੀਂ ਲਾਉਂਦੇ। ਖਿਲਾਰੇ ਤਾਂ ਕੁਝ ਨਾ ਕੁਝ ਪੈਂਦੇ ਨੇ, ਬਹੁਤੇ ਖਿਲਾਰਿਆਂ ਵਿੱਚ ਨਹੀਂ ਫਸਦੇ, ਸਮੇਟ ਲੈਂਦੇ ਨੇ, ਛੋਟਾ ਕਰ ਲੈਂਦੇ ਨੇ ਖਿਲਾਰਿਆਂ ਨੂੰ। ਕਾਰੋਬਾਰ ਵੀ ਇੱਕ ਸਮੱਸਿਆ ਹੈ ਸਰਾਹ ਦੇ ਉੱਤੇ, ਉਹ ਵੀ ਸੀਮਤ ਹੀ ਹੋਣਾ ਚਾਹੀਦਾ। ਉਹ ਇਸ ਢੰਗ ਦੇ ਨਾਲ ਕੰਮ ਕਰਦੇ ਨੇ ਸੰਸਾਰ ਦੇ ਵਿੱਚ ਕਿ ਜਲਦੀ ਸਮੇਟ ਲਈਏ ਜੀਵਨ ਨੂੰ, ਇਕੱਠਾ ਕਰਨਾ ਔਖਾ ਹੋ ਜਾਏਗਾ ਬਾਅਦ ਵਿੱਚ। ਫਿਰ ਬੁਢੇਪੇ ਵਿੱਚ ਜਿਨ੍ਹਾਂ ਵਾਸਤੇ ਕੀਤਾ ਉਹ ਮੰਜਾ ਡਾ ਦੇਣਗੇ ਬਾਹਰ ਤੂੜੀ ਵਾਲੇ ਕੋਠੇ ਵਿੱਚ, ਔਰ ਕਹਿਣਗੇ ਜੀ ਤੁਹਾਨੂੰ ਖੰਘ ਆਉਂਦੀ ਹੈ, ਥੁੱਕਣਾ ਪੈਂਦਾ ਹੈ, ਅੰਦਰ ਫਰਸ਼ ਲੱਗਾ ਬਹੁਤ ਮਹਿੰਗਾ ਕੋਠੀ ਵਿੱਚ, ਬਾਹਰ ਜਾਓ ਤੂੜੀ ਵਾਲੇ ਕਮਰੇ ਵਿੱਚ, ਉੱਥੇ ਥੁੱਕ ਲਿਆ ਕਰੋ, ਕੋਲ ਕੋਈ ਬਹਿੰਦਾ ਨਹੀਂ। ਫਿਰ ਆਵਾਜ਼ਾਂ ਦਿੰਦਾ ਜੀ ਆਓ ਤੁਹਾਡੇ ਵਾਸਤੇ ਇੰਨੇ ਕਿੱਲੇ ਬਣਾਏ ਸੀ, ਹੁਣ ਕਿੱਲਿਆਂ ਤੱਕ ਵੀ ਨਹੀਂ ਜਾਇਆ ਜਾਂਦਾ, ਉੱਠ ਕੇ ਮੰਜੇ ਤੇ ਪਿਆ ਹੋਇਆ, ਹੁਣ ਨਹੀਂ ਉੱਥੇ ਪਹੁੰਚਿਆ ਜਾਂਦਾ। ਉਹਨਾਂ ਨੂੰ ਜਾਣ ਦਾ ਪਤਾ ਹੀ ਨਹੀਂ, ਬਸ ਪਤਾ ਉਦੋਂ ਹੀ ਲੱਗਦਾ ਜਿਹਨੂੰ ਕਬੀਰ ਜੀ ਕਹਿੰਦੇ ਕਿ ਜਾਏ ਪਰੇ ਧਰਮ ਰਾਏ ਕੇ ਵਿਚੇ ਧੂਮਾ ਧਾਮ, ਪਤਾ ਉਦੋਂ ਹੀ ਲੱਗਦਾ ਹੈ। ਕੰਠ ਹੈ ਰਹਿ ਗਏ ਰਾਮ, ਕੰਠ ਦਾ ਮਤਲਬ ਇੱਥੇ ਹੈ ਉਹ ਕੰਠ ਦੇ ਵਿੱਚ ਨਾ ਰਾਮ ਦੀ ਫੋਟੋ ਪਾ ਲਿਖ ਕੇ ਪਾ ਦਿੰਦੇ, ਰਾਮ ਲਿਖਿਆ ਹੋਇਆ ਜੀ। ਕਬੀਰ ਗਹਿ ਗਚ ਪਰਿਓ ਕੁਟੰਬ ਕੈ, ਪਰਿਵਾਰ ਦੇ ਗਹਿ ਗਚ ਵਿੱਚ ਇੰਨਾ ਫਸਿਆ ਕੰਮਾਂ ਵਿੱਚ, ਕਹਿੰਦਾ ਜੀ ਗੁਰਪੁਰਬ ਵਾਲੇ ਦਿਨ ਵੀ ਗੁਰਦੁਆਰੇ ਜਾਣ ਦਾ ਟਾਈਮ ਨਹੀਂ ਮਿਲਦਾ, ਸਮਾਂ ਨਹੀਂ ਹੈ। ਤੇ ਇਹਨਾਂ ਨੂੰ ਦੱਸਦਾ ਜਿਹੜੇ ਗੁਰਦੁਆਰੇ ਬੈਠੇ, ਕਹਿੰਦੇ ਇਹਨਾਂ ਨੂੰ ਕੰਮ ਕੋਈ ਨਹੀਂ ਹੈ, ਇਹਨਾਂ ਨੂੰ ਵਿਹਲੇ ਸਮਝਦਾ, ਜਾਂ ਕਹਿੰਦੇ ਨਿਕੰਮੇ ਨੇ, ਕੰਮ ਨਹੀਂ ਇਹਨਾਂ ਨੂੰ। ਕਬੀਰ ਸਾਹਿਬ ਕਹਿੰਦੇ ਗਹਿ ਗਚ ਪਰਿਓ ਕੁਟੰਬ ਕੈ, ਕੰਠ ਰਹਿ ਗਿਓ ਰਾਮ। ਜਿੱਦਣ ਮਰ ਗਿਆ ਨਾ ਉਹ ਗਲ ਵਿੱਚ ਪਿਆ ਹੋਇਆ ਸੀ ਲਿਖਿਆ ਹੋਇਆ ਰਾਮ, ਅੰਦਰ ਤੇ ਵਸਿਆ ਨਹੀਂ ਸੀ ਕਦੀ, ਬਾਹਰ ਹੀ ਰਹਿ ਗਿਆ। ਕੰਠ ਦਾ ਅਰਥ ਕੰਠ ਵਿੱਚ ਪਾਇਆ ਹੋਇਆ, ਕੈਂਠਾ ਅਸੀਂ ਕਹਿੰਦੇ, ਉਹ ਪਾ ਦਿੱਤਾ ਸੀ ਕਿਸੇ ਮੜ ਕੇ ਧਾਗਾ ਜਿਹਾ, ਉਹ ਹੀ ਰਹਿ ਗਿਆ ਬਸ, ਅੰਦਰ ਤੇ ਜਪੇ ਨਹੀਂ ਸੀ ਕੁਝ, ਰਹਿ ਗਏ ਬਾਹਰ ਦੇ ਚਿੰਨ੍ਹ ਇਕੱਲੇ। ਕੰਠ ਰਹਿ ਗਿਓ ਰਾਮ, ਆਏ ਪਰੇ ਧਰਮ ਰਾਏ ਕੇ, ਬਸ ਪਤਾ ਉਦੋਂ ਲੱਗਾ ਜਦੋਂ ਧਰਮ ਰਾਏ ਦੇ ਸਾਹਮਣੇ ਕਰ ਦਿੱਤਾ ਲਿਜਾ। ਵਿਚੇ ਧੂਮਾ ਧਾਮ, ਧੂਮਾ ਧਾਮ ਵਿੱਚ ਹੀ ਰਹਿ ਗਈ, ਭੱਜਦਿਆਂ ਦੌੜਦਿਆਂ ਜੀ ਇਹ ਕਾਗਜ਼ ਰਹਿ ਗਿਆ ਜੀ, ਉਧਰ ਭੱਜੋ, ਇਕੱਠਾ ਕਰੋ, ਸਾਰਾ ਕੁਝ ਖੋਹ ਲਿਆ, ਸਾਰਾ ਕੁਝ ਇੱਕ ਪਲ ਦੇ ਵਿੱਚ। ਮੌਤ ਦੇ ਅਰਥ ਹੀ ਇਹ ਨੇ। ਇਸ ਕਰਕੇ ਕਹਿੰਦੇ ਚੱਲਣ ਸਾਰ ਨਾ ਜਾਣਨੀ, ਉਹਨਾਂ ਨੂੰ ਇਸ ਗੱਲ ਦੀ ਸਮਝ ਪਤਾ ਨਹੀਂ ਲੱਗਦਾ। ਕਾਜ ਸਵਾਰਨ ਹਾਰ, ਕੰਮਾਂ ਵਿੱਚ ਜ਼ਿਆਦਾ ਰੁੱਝੇ ਰਹਿੰਦੇ। ਦੂਸਰਾ ਸ਼ਲੋਕ ਹੈ, ਸਾਹਿਬ ਕਹਿੰਦੇ ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ। ਕਹਿੰਦੇ ਰਾਤ ਬੰਦੇ ਨੇ ਰਹਿਣਾ ਹੋਵੇ, ਇੱਕ ਰਾਤ ਕੱਟਣੀ ਹੈ, ਤੇ ਉਸ ਘਰ ਦੇ ਵਿੱਚ ਧਨ ਇਕੱਠਾ ਕਰਨ ਲੱਗ ਪਏ, ਤੇ ਜੇ ਉਹਨੂੰ ਸਵੇਰੇ ਉਹ ਸਾਰਾ ਕੁਝ ਛੱਡ ਕੇ ਜਾਣਾ ਪਵੇ, ਬੜਾ ਪਛਤਾਉਂਦਾ ਵੀ ਕਾਹਦੇ ਵਾਸਤੇ ਮਿਹਨਤ ਕੀਤੀ ਸੀ, ਕਾਹਦੇ ਵਾਸਤੇ ਕੀਤਾ ਇਹ ਕੰਮ, ਔਰ ਨਿਯਮ ਤੋਂ ਬਾਹਰ ਕੀਤਾ। ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਜਿਵੇਂ ਉਸ ਯਾਤਰੀ ਨੂੰ ਪਛਤਾਵਾ ਹੁੰਦਾ ਹੈ ਕਿ ਉਹ ਐਵੇਂ ਮਿਹਨਤ ਕਰਦਾ ਰਿਹਾ, ਨਾਲ ਤਾਂ ਲਿਆ ਨਹੀਂ, ਤੇ ਜੋ ਕੁਝ ਨਾਲ ਚਾਹੀਦਾ ਸੀ ਉਹ ਕੀਤਾ ਨਹੀਂ। ਇਸ ਤਰ੍ਹਾਂ ਨਾਮਹੀਣ ਮਨੁੱਖ ਜਿਹੜਾ ਹੈ, ਜਦੋਂ ਨਾਮ ਤੋਂ ਖਾਲੀ ਹੋਰ ਬੜਾ ਕੁਝ ਇਕੱਠਾ ਕਰ ਲੈਂਦਾ, ਕੇਵਲ ਉਹ ਨਹੀਂ ਇਕੱਠਾ ਕਰਦਾ ਜੋ ਉਹਦੇ ਆਪਣੇ ਕੰਮ ਆਉਂਦਾ, ਤਾਂ ਫਿਰ ਪਛਤਾਵੇ ਤੋਂ ਬਿਨਾਂ ਉਹਦੇ ਪੱਲੇ ਕੁਝ ਨਹੀਂ ਪੈਂਦਾ। ਪਰ ਜਿਨ੍ਹਾਂ ਨੇ ਜਿੰਨੀ ਚੱਲਣ ਜਾਣਿਆ, ਸੇ ਕਿਉਂ ਕਰਾਂ ਵਿਥਾਰ, ਉਹ ਨਾਮ ਦੇ ਧਨ ਨੂੰ ਵਿਹਾਂਜਦੇ ਨੇ, ਉਸ ਖਜ਼ਾਨੇ ਨੂੰ ਇਕੱਠਾ ਕਰਕੇ ਜਾਂਦੇ ਨੇ। ਸੋ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਦਰੋਂ ਸਿਦਕ ਦੀ ਬਖਸ਼ਿਸ਼ ਕਰਨ, ਸ਼ਰਧਾ ਦੀ ਬਖਸ਼ਿਸ਼ ਕਰ ਦੇਣ। ਇਹ ਜੋ ਸ਼ਲੋਕ ਚੱਲ ਰਹੇ ਨੇ ਦੋਵੇਂ ਵਕਤ, ਇਹਨਾਂ ਦੀ 15 ਤਰੀਕ ਤੱਕ ਆਪਾਂ ਵਿਆਖਿਆ ਕਰਾਂਗੇ। ਸ਼ਾਮ ਨੂੰ ਵੀ ਕਥਾ ਕੱਲ ਵੀ ਕੀਤੀ ਗਈ ਸੀ, ਅੱਜ ਫਿਰ ਸ਼ਾਮ ਦੇ ਦੀਵਾਨ ਵਿੱਚ ਸ਼ਾਮ 6:15 ਵਜੇ ਤੋਂ ਲੈ ਕੇ 7:30 ਦੇ ਕਰੀਬ
ਅਗਲੇ ਜਿਹੜੇ ਸ਼ਲੋਕ ਨੇ ਉਹਨਾਂ ਦੀ ਵਿਚਾਰ ਕੀਤੀ ਜਾਏਗੀ। ਹੁਣ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ